ਸਤਨਾਮ ਵਾਹਿਗੁਰੂ ਸਾਹਿਬ ਜੀ। हे प्राणनाथ गोबिंद है, कृपा निधान जगद गुरु। हे संसार ताप हरण है, करुणा मैं सब दुख हरो। हे शरण जोग दयाल है, दीनानाथ मया करो। शरीर स्वस्थ कीण समय, सिमरंत नानक राम दामोदर माधव है। राम नाम उर मैं गयो, जाकै सम नहीं कोई। जेह सिमरत संकट मिटै, दर्श तुहारो होए। बेसुमार अथाह गनत तोलै, जो बुलावो त्यो नानक दास बोले। सतनाम वाहिगुरु साहिब जी। फरीदा दोह दीवी बलंदिया, मलक बहठाया। गढ़ लीता घट लुटिया, दीवड़े गया बुझाए। फरीदा वेख कपाह जे थिया, जे सिर थिया तिलाहा। कमादै अरु कागदै, कुन्ने कोई लिया। मंदे अमल करे दिया, एह सजाए तिनाह। फरीदा कन मुसल्ला सूफ गल, दिल काती गुड़वात। बाहर दिसै चानना, दिल अंधियारी रात। फरीदा रती रत ना निकलै, जे तन चीरै कोई। जो तन रते रब स्यो, तिन तन रत न होए। महला तीजा, एह तन सबो रत है, रत बिन तन न होए। जो सह रते अपने, तित तन लोभ रत न होए। भै पयै तन खीण होए, लोभ रत विच हो जाए। जो बै संतर धात शुद्ध होए, त्यो हर का भਉ दुर्मत मैल गवाए। नानक ते जन सोहणे, जे रते हर रंग लाए। वाहिगुरु जी का खालसा, वाहिगुरु जी की फतेह। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ
ਕਿਰਪਾ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ। ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ ਹੋਇਆਂ ਸਤ ਸੰਗਤ ਰੂਪ ਦੁਆਰਾ ਅਧਿਆਤਮਿਕ ਅਭਿਆਸ ਕਰਕੇ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਜੋ ਇੱਕ ਸਿੱਖ ਦੇ ਜੀਵਨ ਦੀ ਵੱਡੀ ਸਾਧਨਾ ਹੈ, ਜਿਸ ਨੂੰ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਅੰਕਿਤ ਕੀਤਾ ਹੈ, ਸਭ ਸੈ ਉੱਪਰ ਗੁਰ ਸ਼ਬਦ ਵਿਚਾਰ ਦੇ ਅੰਤਰਗਤ ਆਪ ਜੀ ਭਗਤ ਸਿਰਮੌਰ ਮਹਾਨ ਸੂਫੀ ਸੰਤ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਨਿਰੰਤਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਦੋਹ ਦੀਵੀ ਬਲੰਦਿਆਂ ਮਲਕ ਬੈਠਾ ਆਏ। ਬਾਬਾ ਸ਼ੇਖ ਫਰੀਦ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ, ਫਰੀਦਾ ਖਿੰਥੜ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ, ਕਿ ਇੱਕ ਫਕੀਰ ਦਾ ਪਹਿਨਿਆ ਹੋਇਆ ਲੰਮਾ ਚੋਗਾ ਸਮੇਂ ਸਮੇਂ ਸਿਰ ਅਗਰ ਫਟ ਵੀ ਜਾਂਦਾ ਹੈ ਤਾਂ ਉਸ ਨੂੰ ਸਿਉਣ ਦਾ ਕੋਈ ਨਾ ਕੋਈ ਢੰਗ ਮਿਲ ਜਾਂਦਾ ਹੈ, ਜੋ ਉਸ ਨੂੰ ਸਿਉਂ ਕੇ ਮੁੜ ਪਹਿਲੇ ਵਾਂਗ ਥੋੜ੍ਹਾ ਬਹੁਤ ਕੀਤਾ ਜਾ ਸਕਦਾ ਹੈ। ਪਰ ਕਹਿੰਦੇ ਪਰਮੇਸ਼ਰ ਦੀ ਰਚੀ ਹੋਈ ਇਹ ਜਿੰਦ ਰੂਪ ਜਿਹੜਾ ਚੋਲਾ ਹੈ, ਜਿਹੜੀ ਪ੍ਰਾਣਾਂ ਦੇ ਆਸਰੇ ਚੱਲਦੀ ਹੈ, ਹੱਡੀਆਂ ਦੇ ਢਾਂਚੇ ਮਾਸ ਦੇ ਲੇਪ ਨਾਲ ਇਹ ਚੋਲਾ ਬਣਿਆ ਹੁੰਦਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਇਹ ਚੋਲਾ ਫਟਦਾ ਹੈ ਉਦੋਂ ਮੁੜ ਕੇ ਇਹਨੂੰ ਗੰਢਣ ਦਾ ਸਿਉਣ ਦਾ ਕੋਈ ਪ੍ਰਬੰਧ ਨਹੀਂ ਹੁੰਦਾ। ਇੱਕ ਵਾਰੀ ਦੇਹ ਦੇ ਵਿੱਚੋਂ ਪ੍ਰਾਣ ਨਿਕਲ ਗਏ, ਦੇਹ ਦੇ ਸਾਰੇ ਬਲ ਨਾਸ਼ ਹੋ ਜਾਂਦੇ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ, ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ, ਕਿ ਸਾਨੂੰ ਆਪਣੇ ਨਿਤ ਨਾਸ਼ ਹੁੰਦੇ ਜਾ ਰਹੇ ਜੀਵਨ ਦੀ ਵੀ ਖਿਆਲ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਦੀ ਵਾਰੀ ਨੂੰ ਭਗਤੀ ਕਰਮ ਦੇ ਨਾਲ, ਗਿਆਨ ਦੀ ਵਿਚਾਰ ਕਰਕੇ ਸ਼ੁਭ ਕਰਮਾਂ ਦੇ ਨਾਲ ਸਫਲ ਕਰਨ ਦਾ, ਸਕਾਰਥ ਕਰਨ ਦਾ ਯਤਨ ਕਰ ਰਹੇ ਹਾਂ ਕਿ ਨਹੀਂ। ਅੱਜ ਦੇ ਸ਼ਲੋਕ ਵਿੱਚ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਦੋਹ ਦੀਵੀ ਬਲੰਦਿਆਂ। ਹੁਣ ਕੁਦਰਤੀ ਹੈ, ਸਮੇਂ ਨਾਲ ਹਰੇਕ ਚੀਜ਼ ਦਾ ਰੂਪ, ਉਹਦਾ ਸਥਾਨ, ਉਹਦੀ ਪਰਿਭਾਸ਼ਾ ਅਤੇ ਉਹਦਾ ਮਹੱਤਵ ਬਦਲ ਜਾਂਦਾ ਹੈ। ਜਦ ਅੱਜ ਤੋਂ ਕਾਫੀ ਸਮੇਂ ਪਹਿਲਾਂ ਜਦੋਂ ਬਿਜਲੀ ਦਾ ਆ ਯਾਂਤਰਿਕ ਰੂਪ ਸਾਡੇ ਸਾਹਮਣੇ ਨਹੀਂ ਸੀ ਆਇਆ ਅਤੇ ਰੌਸ਼ਨੀ ਦੇ ਸਰੋਤ ਜਿਹੜੇ ਸਨ ਉਹ ਦੀਵੇ ਮਸ਼ਾਲਾਂ ਆਦਿਕ ਹੀ ਹੁੰਦੇ ਸਨ ਰਾਤ ਸਮੇਂ। ਤਾਂ ਰਾਤ ਸਮੇਂ ਜਦ ਕੁਦਰਤੀ ਇੱਕ ਵੱਡਾ ਦੀਵਾ ਜਗਾ ਕੇ ਅਤੇ ਭੋਜਨ ਪਾਣੀ ਜਾਂ ਹੋਰ ਸਾਰੀਆਂ ਜਿਹੜੀਆਂ ਜੀਵਨ ਦੀਆਂ ਕਿਰਿਆਵਾਂ ਕਰਦੇ ਸਨ, ਅਤੇ ਜਦੋਂ ਸਾਰੇ ਘਰ ਦੇ ਕੰਮ ਸਿਮਟ ਜਾਣੇ ਉਦੋਂ ਦੀਵਿਆਂ ਨੂੰ ਅਸਤ ਕਰ ਦਿੱਤਾ ਜਾਂਦਾ ਸੀ। ਇਹ ਕੁਦਰਤੀ ਇੱਕ ਤਰ੍ਹਾਂ ਦਾ ਜਿਹੜਾ ਦ੍ਰਿਸ਼ ਸੀ, ਸਾਡੇ ਪਰਿਵਾਰਾਂ, ਸਾਡੇ ਸਮਾਜ ਵਿੱਚ ਚੱਲਦਾ ਸੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਵੇਂ ਉਹਨਾਂ ਸਮਿਆਂ ਦੇ ਵਿੱਚ ਕੁਝ ਇਸ ਤਰ੍ਹਾਂ ਢੰਗ ਨਾਲ ਦੀਵੇ ਰੱਖੇ ਜਾਂਦੇ ਸੀ ਜਿਹੜੇ ਘਰ ਦੇ ਅੰਦਰ ਅਤੇ ਘਰ ਦੇ ਬਾਹਰ ਦੋਵਾਂ ਜਗ੍ਹਾ ਰੌਸ਼ਨੀ ਕਰਦੇ ਸਨ। ਦੀਵਾਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਖੋਲਾ ਜਿਹਾ ਬਣਾਇਆ ਹੁੰਦਾ ਸੀ, ਥੋੜ੍ਹਾ ਜਿਹਾ ਇੱਟਾਂ ਆਦਿਕ ਦਾ ਨਮੂਨਾ ਬਣਾਇਆ ਹੁੰਦਾ ਸੀ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸ਼ਾਮ ਵੇਲੇ ਦੀਵਾ ਬੁਝਾ ਦਿੱਤਾ ਜਾਂਦਾ, ਹਨੇਰਾ ਹੋ ਜਾਂਦਾ ਹੈ। ਅਤੇ ਇਸੇ ਤਰ੍ਹਾਂ ਜੀਵਨ ਦੀ ਹਾਲਤ ਵੀ ਇਹਦੇ ਵਿੱਚੋਂ ਸਮਝੀ ਜਾਂਦੀ ਹੈ ਕਿ ਦੋਹ ਦੀਵੀ ਬਲੰਦਿਆਂ। ਹੁਣ ਸਾਡੇ ਜੀਵਨ ਨੂੰ ਪ੍ਰਕਾਸ਼ਿਤ ਹੋਣ ਦੇ ਲਈ ਜਿਹੜਾ ਮੁੱਖ ਸਾਧਨ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਹਨ ਅੱਖਾਂ। ਇਹ ਦੋ ਦੀਵਿਆਂ ਵਾਂਗ ਹਨ।
ਇਹ ਇਹਨਾਂ ਦੇ ਅੰਦਰ ਪ੍ਰਕਾਸ਼ ਹੈ, ਤਾਂ ਕਰਕੇ ਜਗਤ ਦੀ ਸੋਝੀ ਹੁੰਦੀ ਹੈ ਕਿ ਜਗਤ ਵਿੱਚ ਕੀ ਚੱਲ ਰਿਹਾ ਜਾਂ ਦੇਖ ਕੇ ਅਸੀਂ ਕੀ ਬੁੱਝਦੇ ਹਾਂ। ਇਹ ਇਹਨਾਂ ਦੀਵਿਆਂ ਦੁਆਰਾ ਰੌਸ਼ਨੀ ਹੁੰਦੀ। ਦੀਵੇ ਤਾਂ ਕਿਹਾ ਗਿਆ ਹੈ, ਜਿਵੇਂ ਇੱਕ ਮਿੱਟੀ ਦਾ ਤੇਲ ਪਾ ਕੇ ਰੂੰ ਦੇ ਸਹਿਤ ਦੀਵਾ ਜਲਾਉਂਦੇ ਹਾਂ, ਉਹਦੇ ਜਲਣ ਦੇ ਨਾਲ ਹਨੇਰੇ ਵਿੱਚ ਪਈਆਂ ਹੋਈਆਂ ਵਸਤਾਂ ਦਾ ਗਿਆਨ ਹੋ ਜਾਂਦਾ ਹੈ। ਇੰਝ ਹੀ ਸਾਡੇ ਦੇਹ ਦੀ ਅਮੋਲਕ ਰਚਨਾ ਦੇ ਵਿੱਚ ਸਿਰਜਣਹਾਰ ਨੇ ਇਹ ਦੋ ਦੀਵੇ ਟਿਕਾਏ ਹੋਏ ਹਨ ਅਤੇ ਇਹਨਾਂ ਨੂੰ ਆਪਣੀ ਚੇਤਨ ਰੂਪ ਸੱਤਾ ਦਾ ਪ੍ਰਕਾਸ਼ ਦੇ ਕੇ ਜਲਾਇਆ ਹੋਇਆ ਹੈ ਅਤੇ ਇਹਨਾਂ ਦੁਆਰਾ ਸਾਨੂੰ ਸਾਰੇ ਜੀਵਨ ਦਾ ਅਨੁਭਵ ਹੁੰਦਾ ਹੈ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਦੋਵੇਂ ਦੀਵੇ ਬਲਦੇ ਪਏ ਸਨ, ਇਹਨਾਂ ਨੂੰ ਜਲਾਉਣ ਵਾਲਾ ਮਲਕ ਬਹਿਠਾ ਆਏ। ਉਹ ਇਹਨਾਂ ਦੇ ਮਗਰ ਬੈਠੀ ਸੀ ਆਤਮ ਜੋਤ ਪ੍ਰਕਾਸ਼ਨਾ। ਤਾਂ ਕਹਿੰਦੇ ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਮੌਤ ਦਾ ਫਰਿਸ਼ਤਾ ਜਿਹਨੂੰ ਅਜਰਾਇਲ ਕਿਹਾ ਜਾਂਦਾ ਹੈ, ਕਹਿੰਦੇ ਜਦ ਹੀ ਉਹ ਆ ਕੇ ਬੈਠ ਗਿਆ ਗੜ ਲੀਤਾ, ਉਹਨੇ ਇਸ ਸਾਰੇ ਸਰੀਰ ਰੂਪ ਕਿਲੇ ਨੂੰ ਆਪਣੇ ਅਧੀਨ ਕਰ ਲਿਆ। ਘਟ ਲੁੱਟਿਆ ਅਤੇ ਭਾਵ ਘਟ ਦਾ ਭਾਵ ਉਹ ਖਜ਼ਾਨਾ ਜਿੱਥੇ ਇਹ ਜਿੰਦ ਪਈ ਸੀ, ਜਿਸ ਜਿੰਦ ਕਰਕੇ ਨੇਤਰ ਦੇਖਣ ਦਾ ਕਾਰਜ ਕਰਦੇ ਸਨ, ਜਿਸ ਜਿੰਦ ਦੇ ਕਰਕੇ ਕੰਨਾਂ ਨੂੰ ਸੁਣਨ ਦਾ ਅਨੁਭਵ ਹੁੰਦਾ ਸੀ, ਜਿਸ ਕਰਕੇ ਚਮੜੀ ਸਪਰਸ਼ ਕਰਨ ਦਾ ਗਿਆਨ ਹਾਸਲ ਕਰਦੀ ਸੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਸਾਰਾ ਖਜ਼ਾਨਾ ਲੁੱਟ ਲਿਆ, ਦੀਵੜੇ ਗਿਆ ਬੁਝਾਏ। ਅਤੇ ਉਹ ਆਪਣੇ ਸਾਰਾ ਕੁਝ ਲੁੱਟਣ ਤੋਂ ਬਾਅਦ ਜਿਹੜਾ ਮੌਤ ਰੂਪ ਫਰਿਸ਼ਤਾ ਅਜਰਾਇਲ ਜਦੋਂ ਵਾਪਸ ਪਰਤ ਗਿਆ ਅਤੇ ਉਹਨੇ ਆਪਣੀ ਨਿਸ਼ਾਨੀ ਕੀ ਦਿੱਤੀ ਹੈ ਕਿ ਇਹਨਾਂ ਦੀਵਿਆਂ ਨੂੰ ਬੁਝਾ ਕੇ ਚਲਾ ਗਿਆ। ਕੁਦਰਤੀ ਉਹਨਾਂ ਸਮਿਆਂ ਦੇ ਵਿੱਚ ਇੱਕ ਕਈ ਐਸਾ ਵੀ ਹੁੰਦਾ ਸੀ ਕਿ ਵੱਡਾ ਦੀਵਾ ਜਲਾ ਦਿੰਦੇ ਸਨ ਰਾਤ ਨੂੰ ਕਈ ਦਫਾ, ਅਤੇ ਉਹਦੇ ਨਾਲ ਜਿਹੜੀ ਸੀ ਲੋਹ ਦੇ ਆਸਰੇ ਰਾਤ ਦਾ ਜੀਵਨ ਬਤੀਤ ਕਰਦੇ ਸਨ। ਤਾਂ ਚੋਰ ਉਹਨਾਂ ਸਮਿਆਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸੀ ਇੱਕ ਲੰਬੀ ਨਾਲੀ ਰੱਖਦੇ ਹੁੰਦੇ ਸਨ। ਸਮੇਂ ਨਾਲ ਚੀਜ਼ਾਂ ਬਦਲ ਗਈਆਂ ਨੇ। ਉਹਨਾਂ ਨੇ ਘਰ ਦੇ ਵਿੱਚ ਨਹੀਂ ਪ੍ਰਵੇਸ਼ ਕਰਨਾ, ਦੁਆਰ ਤੋਂ ਇੱਕ ਲੰਬੀ ਨਾਲੀ ਲੈ ਕੇ ਅਤੇ ਘਰ ਦੇ ਦੁਆਰ 'ਤੇ ਜਿਹੜਾ ਮੁੱਖ ਦੀਵਾ ਜਗ ਰਿਹਾ ਹੁੰਦਾ ਸੀ ਉਹਨੂੰ ਬੁਝਾ ਦਿੰਦੇ ਸਨ। ਜਾਂ ਕੁਦਰਤੀ ਜਿਹੜੀਆਂ ਚੌਰਾਹਿਆਂ ਦੇ ਵਿੱਚ ਉੱਚੀਆਂ ਮਸ਼ਾਲਾਂ ਟੰਗੀਆਂ ਹੁੰਦੀਆਂ ਸਨ, ਉਹਨਾਂ ਨੂੰ ਇੱਕ ਬਰੀਕ ਜੀਵ ਨਾਲੀ ਜਾਂ ਪਾਈਪ ਆਦਿ ਕਹਿ ਲਓ, ਦੂਰੋਂ ਹੀ 10-15 ਫੁੱਟ ਤੋਂ ਫੂਕ ਮਾਰ ਕੇ ਬੁਝਾ ਦਿੰਦੇ ਸਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਵੇਂ ਉਹ ਬੁਝਾ ਕੇ ਤੇ ਬਾਅਦ ਚੋਰੀ ਕਰਦੇ ਸਨ, ਕਈ ਕੁਝ ਲੁੱਟ ਕੇ ਲੈ ਜਾਂਦੇ ਸਨ, ਇੰਝ ਹੀ ਮੌਤ ਦਾ ਫਰਿਸ਼ਤਾ ਹੁੰਦਾ ਹੈ, ਉਹ ਸਾਰੇ ਸਰੀਰ ਦਾ ਬਲ ਖਿੱਚ ਕੇ ਲੈ ਜਾਂਦਾ ਹੈ ਅਤੇ ਜੀਵਨ ਦਾ ਬਲ ਇੰਨਾ ਜ਼ਿਆਦਾ ਨਾਸ਼ ਹੋ ਜਾਂਦਾ ਅਤੇ ਫਿਰ ਉਹ ਬਲ ਲੁੱਟੇ ਜਾਣ ਦੀ ਜਾਂ ਨਾਸ਼ ਕਰਨ ਦਾ ਸੰਕੇਤ ਕੀ ਵੱਜਦਾ ਹੈ ਕਿ ਜਿਹੜੇ ਨੇਤਰ ਦੇਖਣ ਦਾ ਅਨੁਭਵ ਕਰਦੇ ਸਨ, ਉਹ ਨੇਤਰ ਹੁਣ ਖੁੱਲ੍ਹੇ ਰਹਿ ਗਏ ਹਨ। ਨੇਤਰਾਂ ਦਾ ਰੂਪ ਜਾਂ ਆਕਾਰ ਉਵੇਂ ਹੀ ਹੈ, ਪਰ ਉਹਨਾਂ ਦੇ ਅੰਦਰ ਰੌਸ਼ਨੀ ਨਹੀਂ ਹੈ। ਜਿਵੇਂ ਦੀਵਾਲੀ ਦੀ ਰਾਤ ਨੂੰ ਬੀਤਣ ਤੋਂ ਬਾਅਦ ਸੁਬਾਹ ਦੀਵੇ ਬੁਝ ਜਾਂਦੇ ਨੇ ਅਤੇ ਉਹਨਾਂ ਦੀ ਸੁਬਾਹ ਹਾਲਤ ਦੇਖੀਏ, ਨਾ ਉਹਨਾਂ ਵਿੱਚ ਇੱਕ ਵੱਟੀ ਲੱਭਦੀ ਹੈ ਮਾੜੀ ਮੋਟ, ਤੇਲ ਦਾ ਤਾਂ ਕਿਤੇ ਨਾਮ ਨਿਸ਼ਾਨ ਵੀ ਨਹੀਂ ਹੁੰਦਾ, ਅਤੇ ਉਹ ਗੁੱਲ ਪਏ ਹੁੰਦੇ ਹਨ ਦੀਵੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਦੀਵੜੇ ਗਿਆ ਬੁਝਾਏ। ਹੁਣ ਇਹ ਮੌਤ ਦਾ ਅਨੁਭਵ ਹੈ। ਸਾਡੀ ਇੱਕ ਸਮੱਸਿਆ ਹੈ ਅਧਿਆਤਮਿਕ ਜਗਤ 'ਚ ਕਦੇ ਇਹ ਨਾ ਮੰਨਣਾ, ਅਧਿਆਤਮਿਕ ਜਗਤ ਦੇ ਵਿੱਚ ਦੋ ਚੀਜ਼ਾਂ ਨੂੰ ਭਗਤੀ ਕੇਂਦਰਿਤ ਇਕਾਗਰਤਾ ਬਣਾਉਣ ਦੇ ਲਈ ਪ੍ਰਮੁੱਖ ਮੰਨਿਆ ਜਾਂਦਾ ਹੈ। ਇੱਕ ਹੈ ਕਿ ਸਭ ਤੋਂ ਪਹਿਲਾਂ ਵੈਰਾਗ ਹੋਣਾ, ਅਤੇ ਵੈਰਾਗ ਤੋਂ ਬਾਅਦ ਜੀਵਨ ਦੀ ਜਿਹੜੀ ਸੱਚ ਅਸਲੀਅਤ ਹੈ ਉਹਨੂੰ ਆਪਣੇ ਜਿਉਂਦੇ ਜੀ ਹੰਡਾਉਣਾ। ਇਹ ਤਾਂ ਅਸੀਂ ਸਾਰੇ ਕਾਲ ਦੇ ਵੱਸ ਹੋਵਾਂਗੇ, ਇਹ ਤਾਂ ਅਟੱਲ ਸੱਚ ਹੈ। ਕੋਈ ਨਾ ਤਾਂ ਮੁਨਕਰ ਹੋ ਸਕਦਾ, ਨਾ ਇਹਨੂੰ ਰੱਦ ਕਰ ਸਕਦਾ ਅਤੇ ਨਾ ਇਹਦੇ ਤੋਂ ਕਿਨਾਰਾ ਕਰ ਸਕਦਾ। ਇਹ ਅਟੱਲ ਸੱਚ ਰਹੇਗਾ। ਪਰ ਇਸ ਸੱਚ ਨੂੰ ਹੰਡਾਉਣ ਵਾਲੀ ਸਾਡੇ ਹਿਰਦੇ ਦੀ ਅਵਸਥਾ ਬਣ ਜਾਏ। ਅਧਿਆਤਮਿਕ ਜਗਤ ਸਾਨੂੰ ਇਹ ਗੱਲ ਸਿਖਾਉਂਦਾ ਹੈ। ਹੁਣ ਕੁਦਰਤੀ ਹੈ ਸਾਡੇ ਨੇਤਰਾਂ ਦਾ ਵੀ ਜਿਹੜਾ ਪ੍ਰਕਾਸ਼ ਹੈ ਉਹ ਇੱਕ ਦਿਨ ਮੱਧਮ ਨਹੀਂ ਪੈਂਦਾ, ਇੱਕ ਦਿਨ ਦੇ ਵਿੱਚ ਖਤਮ ਨਹੀਂ ਹੋ ਜਾਂਦਾ। ਕੁਦਰਤੀ ਜਿਉਂ ਜੀਵਨ ਦਾ ਸਿਲਸਿਲਾ ਅੱਗੇ ਚੱਲਦਾ ਹੈ ਉਵੇਂ ਉਵੇਂ ਨੇਤਰਾਂ ਦਾ ਪ੍ਰਕਾਸ਼ ਮੱਧਮ ਪੈਂਦਾ ਹੈ। ਜਿਵੇਂ ਕੁਦਰਤੀ ਹੈ ਸ਼ਾਮ ਵੇਲੇ ਤੇਲ ਭਰ ਕੇ ਦੀਵਾ ਜਲਾਇਆ ਹੋਵੇ, ਉਹਦੀ ਲਾਟ ਲੰਬੀ ਹੁੰਦੀ ਹੈ, ਉਹਦੇ ਜਲਣ ਦੀ ਆਸ ਵੱਧਦੀ ਹੈ, ਲੰਬੀ ਹੁੰਦੀ ਜਾਂਦੀ ਹੈ। ਜਿਉਂ ਦੀਪਕ ਦਾ ਤੇਲ ਜਲਦਾ ਹੈ ਉਵੇਂ ਉਵੇਂ ਉਹਦਾ ਪ੍ਰਕਾਸ਼ ਘਟਦਾ ਜਾਂਦਾ ਹੈ। ਜਿਵੇਂ ਜਿਵੇਂ ਸਾਡੇ ਜੀਵਨ ਦਾ ਸਿਲਸਿਲਾ ਚੱਲਦਾ ਜਾਂਦਾ ਹੈ, ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਮਲਕ ਬਹਿਠਾ ਏ। ਜਿੰਨੇ ਜਿੰਦ ਨੂੰ ਕੱਢ ਕੇ ਲਿਜਾਣਾ ਉਹ ਕਿਤੇ ਬਾਹਰ ਨਹੀਂ ਬੈਠਾ ਹੋਇਆ, ਜਾਂ ਜਿੰਨੇ ਸਾਡੇ ਸਾਰੇ ਜੀਵਨ ਦੇ ਬਲ ਨੂੰ ਨਾਸ਼ ਕਰਕੇ
ਤੇ ਇਸ ਕਾਇਆ ਨੂੰ ਸੁੰਜੀ ਕਰ ਜਾਣਾ, ਉਹ ਕਿਤੇ ਪਰਾਂ ਨਹੀਂ ਬੈਠਾ ਹੋਇਆ। ਇਸ ਕਰਕੇ ਕਦੇ ਜੀਵਨ 'ਚ ਇਹ ਖਿਆਲ ਨਾ ਰੱਖਣਾ ਕਿ ਮੌਤ ਜਿਹੜੀ ਹੈ ਕੋਈ ਬਾਹਰੋਂ, ਜਿਸ ਤਰ੍ਹਾਂ ਅਪਰਾਧਿਕ ਤੌਰ 'ਤੇ ਕੋਈ ਹਿੰਸਾ ਕਰਦਾ ਹੈ ਜਾਂ ਚੋਰੀ ਕਰਦਾ ਹੈ ਜਾਂ ਕਿਸੇ ਹੋਰ ਤਰ੍ਹਾਂ ਦਾ ਅਨੈਤਿਕ ਕਾਰਜ ਕਰਦਾ ਹੈ, ਕਿ ਕੋਈ ਬਾਹਰੋਂ ਆਏਗਾ ਅਤੇ ਫਿਰ ਸਾਨੂੰ ਕੋਹੇਗਾ ਅਤੇ ਫਿਰ ਇੱਥੋਂ ਲੈ ਕੇ ਜਾਏਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮਲਕ ਬਹਿਠਾ ਆਏ ਤੇਰੇ ਜੀਵਨ ਦੀ ਰਚਨਾ ਕਰਕੇ, ਤੇਰੇ ਜੀਵਨ ਨੂੰ ਸਮੇਟਣ ਵਾਲਾ ਜਿਹੜਾ ਇੱਕ ਪ੍ਰੋਸੈਸ ਹੈ ਉਹ ਮਾਲਕ ਨੇ ਨਾਲ ਹੀ ਪਾਇਆ ਹੋਇਆ ਹੈ ਕਿ ਤੂੰ ਇੱਕ ਕਦਮ ਅੱਗੇ ਵਧੇਗਾ, ਕਾਲ ਤੈਨੂੰ ਇੱਕ ਕਦਮ ਪਿੱਛੇ ਖਿੱਚੇਗਾ। ਭਾਵ ਕਿ ਇੱਕ ਸਵਾਸ ਲੈ ਕੇ ਅਸੀਂ ਕਹਾਂਗੇ ਅਸੀਂ ਜਿਉਂਦੇ ਹਾਂ, ਪਰ ਉਹੀ ਸਵਾਸ ਨਿਸ਼ਚਿਤ ਕਰੇਗਾ ਕਿ ਅਸੀਂ ਮੌਤ ਦੇ ਨਿਕਟ ਚਲੇ ਗਏ ਹਾਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮਲਕ ਬਹਿਠਾ ਆਏ। ਹੁਣ ਕੁਦਰਤੀ ਜਿਹੜਾ ਚੋਰ ਹੈ ਉਹ ਬਾਹਰੋਂ ਆਏਗਾ, ਬਾਹਰੋਂ ਦੀਵਾ ਬੁਝਾਏਗਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਅੰਦਰ ਬੈਠਾ ਹੋਇਆ ਹੈ। ਭਾਵ ਕਿ ਸਾਡਾ ਜੀਵਨ ਕਾਲ ਅਤੇ ਅਕਾਲ ਦੇ ਨਾਲ ਇਕੱਠਾ ਹੀ ਜੁੜਿਆ ਹੋਇਆ ਹੈ। ਇੱਕ ਪਾਸੇ ਜੀਵਨ ਹੈ, ਦੂਜੇ ਪਾਸੇ ਮ੍ਰਿਤੂ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗੜ ਲੀਤਾ। ਗੜ ਲੀਤਾ ਭਾਵ ਕਿ ਇਹ ਕਾਲ ਦੀ ਮਾਰ ਸਾਨੂੰ ਜੰਮਣ ਤੋਂ ਹੀ ਕੈਪਚਰ ਕਰ ਲੈਂਦੀ ਹੈ ਅਤੇ ਥੋੜ੍ਹਾ ਜੋਬਨ ਅਵਸਥਾ ਤੱਕ ਸਾਡੇ ਸਰੀਰ ਦੇ ਸਾਰੇ ਗਿਆਨ ਇੰਦਰੀਆਂ ਦਾ, ਕਰਮ ਇੰਦਰੀਆਂ ਦਾ ਅਤੇ 5 ਪ੍ਰਾਣਾਂ ਦਾ ਅਤੇ ਇਹਨਾਂ ਸਾਰਿਆਂ ਦਾ ਵਿਕਾਸ ਹੁੰਦਾ ਹੈ। ਪਰ ਇੱਕ ਸਮੇਂ ਵਿਕਾਸ ਦੀ ਜਿਹੜੀ ਤੀਖਣਤਾ ਤੋਂ ਬਾਅਦ ਇਹਨਾਂ ਦਾ ਬਲ ਘਟਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗੜ ਲੀਤਾ। ਹੁਣ ਕੁਦਰਤੀ ਸਾਨੂੰ ਇਸ ਸਲੀਅਤ ਦਾ ਅਭਿਆਸ ਕਦੇ ਕਦੇ ਆਪਣੇ ਆਪ ਨੂੰ ਧੀਰਘ ਢੰਗ ਦੇ ਨਾਲ ਵਾਚ ਕੇ ਕਰਨਾ ਚਾਹੀਦਾ। ਜਿਹੜੀ ਸੁੰਦਰਤਾ ਦਾ ਗੁਮਾਨ ਸਾਡੇ ਪਾਸ ਜੋਬਨ ਅਵਸਥਾ ਵਿੱਚ ਸੀ, ਉਸ ਗੁਮਾਨ ਨੂੰ ਅਸੀਂ ਆਪਣੇ ਯਤਨ ਦੇ ਨਾਲ ਤਾਂ ਦੂਰ ਨਾ ਕਰ ਸਕੇ, ਪਰ ਸਰੀਰ ਦਾ ਜਿਹੜਾ ਢਲਦਾ ਹੋਇਆ ਬਲ ਹੈ, ਜਿਹੜੀ ਝੁਰੜੀਆਂ ਦੀ ਦਸਤਕ ਹੈ, ਉਹ ਸਾਨੂੰ ਸੁਚੇਤ ਕਰ ਦਿੰਦੀ ਹੈ ਕਿ ਜੀਵਨ ਦਾ ਕੋਈ ਸਮਾਪਤੀ ਵਾਲਾ ਪੱਖ ਵੀ ਹੈਗਾ। ਜੀਵਨ ਦਾ ਇਕੱਲਾ ਵਿਸਥਾਰ ਵਾਲਾ ਪੱਖ ਨਹੀਂ ਹੈ ਕਿ ਅੱਜ ਜੋਬਨ ਆ ਸਦ ਜੋਬਨ ਰਹਾਂਗੇ। ਇਸ ਕਰਕੇ ਸਿਆਣੇ ਪੁਰਖਾਂ ਨੇ, ਅਧਿਆਤਮਿਕ ਪੁਰਖਾਂ ਨੇ ਬਾਤ ਕਹੀ ਹੈ ਕਿ ਮੌਤ ਕੇਵਲ ਇਸ ਕਰਕੇ ਨਹੀਂ ਆਉਂਦੀ ਕਿ ਜੀਵਨ ਖਤਮ ਹੋ ਜਾਏਗਾ। ਮੌਤ ਇਸ ਕਰਕੇ ਆਉਂਦੀ ਹੈ ਕਿ ਉਹ ਜੀਵਨ ਦਾ ਜਿਹੜਾ ਗਿਆਨਮਈ ਮਨੋਰਥ ਹੈ ਉਸ ਦੀ ਪ੍ਰਾਪਤੀ ਮਨੁੱਖ ਸ਼ੁਰੂ ਕਰ ਦੇਵੇ। ਕਿਉਂਕਿ ਜਿੰਨਾ ਤੱਕ ਦੇਹ ਦਾ ਬਲ ਹੈ ਉਦੋਂ ਤੱਕ ਬੰਦੇ ਨੂੰ ਸ਼ਾਇਦ ਭਰਮ ਬਣਿਆ ਰਹਿੰਦਾ ਹੈ ਕਿ ਸ਼ਾਇਦ ਇਹ ਸਭ ਕੁਝ ਸਦੀਵ ਰਹਿਣਾ ਹੈ। ਜਿਹੜੇ ਜੀਵਨ ਦੇ ਰੰਗ ਤਮਾਸ਼ੇ ਮਾਣ ਰਹੇ ਸ਼ਾਇਦ ਇੰਝ ਹੀ ਰਹਿਣੇ ਨੇ। ਕਹਿੰਦੇ ਫਿਰ ਕੁਦਰਤ ਤੈਨੂੰ ਜਿਹੜਾ ਦੇਹ ਦਾ ਬਲ ਘਟਾ ਕੇ ਫਿਰ ਤੈਨੂੰ ਮਨੋਰਥ ਦੇ ਨੇੜੇ ਲਿਆਉਂਦੀ ਹੈ। ਜਿਵੇਂ ਬੱਚੇ ਕੋਲੋਂ ਖਿਡਾਉਣ ਦੀਆਂ ਹਾਲਤਾਂ ਛਡਾ ਕੇ ਸਕੂਲ ਦੇ ਵਿੱਚ ਪਾਉਣ ਦਾ ਅਰਥ ਕੀ ਹੈ ਕਿ ਤੇਰਾ ਜੀਵਨ ਕਿਸੇ ਗਿਆਨ ਦੇ ਸਾਂਚੇ ਵਿੱਚ ਢਲ ਕੇ ਚੱਜ ਦਾ ਬਣ ਸਕੇ। ਇੰਝ ਹੀ ਜੇ ਕੁਦਰਤ ਸਾਡੇ ਜੀਵਨ ਦੇ ਕੁਝ ਬਲਾਂ ਨੂੰ ਹੌਲੀ ਹੌਲੀ ਜਾਂ ਅਕਾਲ ਪੁਰਖ ਦਾ ਰਚਨਾ ਨੇਮ ਹੌਲੀ ਹੌਲੀ ਸਾਡੀਆਂ ਸਾਰੀਆਂ ਹਾਲਤਾਂ ਨੂੰ ਮੰਦ ਕਰਦਾ ਹੈ, ਤਾਂ ਉਹਦਾ ਭਾਵ ਇਹ ਹੈ ਕਿ ਉਹ ਸਾਨੂੰ ਗਿਆਨਮਈ ਮਨੋਰਥ ਦੇ ਪ੍ਰਤੀ ਸਜਗ ਕਰ ਰਿਹਾ। ਜਿਵੇਂ ਸੂਫੀਆਂ ਨੇ ਇਸ ਗੱਲ ਦੇ ਬੜੇ ਬਰੀਕ ਉਹਨਾਂ ਨੇ ਸੰਕੇਤ ਬਣਾਏ ਨੇ। ਉਹ ਆਖਦੇ ਹਨ ਕਿ ਜਿਵੇਂ ਦੇਹ ਦੇ ਉੱਪਰ ਕੇਸਾਂ ਦਾ ਰੰਗ ਜਿਹੜਾ ਹੈ ਚਿੱਟਾ ਹੋ ਜਾਂਦਾ ਹੈ, ਤਾਂ ਕਹਿੰਦੇ ਕਿ ਸਰੀਰ ਦੀ ਪ੍ਰਕਿਰਤੀ ਤੈਨੂੰ ਸੰਕੇਤ ਕਰ ਰਹੀ ਹੈ ਕਿ ਜਿਵੇਂ ਉਹ ਰੰਗ ਸੀ ਉਹ ਚਲਾ ਗਿਆ, ਕਾਲਾ ਰੰਗ ਚਲਾ ਗਿਆ, ਹੁਣ ਚਿੱਟਾ ਆ ਗਿਆ। ਅਤੇ ਇਹਦਾ ਮਤਲਬ ਤੇਰੇ ਕਰਮ ਇੰਨੇ ਜ਼ਿਆਦਾ ਸ਼ਵੱਛ ਹੋ ਜਾਣ, ਕੁਦਰਤ ਨੇ ਆਪਣੇ ਰਚਨਾ ਦੇ ਨੇਮ ਨਾਲ ਤੈਨੂੰ ਚਿੱਟਾ ਰੰਗ ਦੇ ਕੇ ਇੱਕ ਸੰਕੇਤ ਕਰ ਦਿੱਤਾ ਹੈ। ਹੁਣ ਤੇਰੇ ਕਰਮ ਇੰਨੇ ਜ਼ਿਆਦਾ ਉਜਲ ਹੋ ਜਾਣ। ਹੁਣ ਕਈ ਵਾਰੀ ਦੇਖਿਆ ਹੋਣਾ ਕਈ ਬਜ਼ੁਰਗਾਂ ਦਾ ਚਿਹਰਾ, ਉਹਨਾਂ ਦਾ ਦਾਹੜਾ ਚਿੱਟਾ ਹੁੰਦਾ, ਬੜਾ ਨੂਰਾਨੀ ਜਾਂ ਬੜਾ ਪ੍ਰਭਾਵਸ਼ਾਲੀ ਲੱਗਦਾ ਹੈ। ਤਾਂ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਉਹ ਸੰਕੇਤ ਹੈ ਤੈਨੂੰ ਇੱਕ ਕਿ ਤੇਰੇ ਕਰਮ ਵੀ ਉਜਲ ਹੋ ਜਾਣ। ਹੁਣ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਗੜ ਲੀਤਾ। ਸਾਡੇ ਜੀਵਨ ਦਾ ਜਿਤਨਾ ਵੀ ਬਲ ਹੈ ਉਹ ਇੱਕ ਇੱਕ ਸਵਾਸ ਕਰਕੇ ਘਟਦਾ। ਇਸ ਕਰਕੇ ਅਸੀਂ ਜੀਵਨ ਦੀ ਮੌਤ ਵਾਲੀ ਅਸਲੀਅਤ ਨੂੰ ਕੇਵਲ ਉਦੋਂ ਕਿ ਹੰਡਾਉਂਦੇ ਹਾਂ ਜਦੋਂ ਸਾਡੇ ਜੀਵਨ ਦੇ ਕੁਝ ਕੁ ਪ੍ਰਾਣਾਂ ਦੀ ਦੂਰੀ ਰਹਿ ਜਾਂਦੀ ਹੈ। ਪਲ ਪਲ ਇਹਨੂੰ ਹੰਡਾਉਣਾ ਚਾਹੀਦਾ। ਇਸ ਕਰਕੇ ਮੌਤ ਦੀ, ਸਿਆਣਿਆਂ ਕਿਹਾ ਕਿ ਮੌਤ ਦੀ ਗੰਭੀਰਤਾ ਦੇ ਵਿੱਚੋਂ ਜਾਗਿਆ ਹੋਇਆ ਜੀਵਨ ਹੀ ਅਸਲ ਗੁਰਮੁਖ ਦਾ ਜੀਵਨ ਹੁੰਦਾ, ਕਿਉਂਕਿ ਉਹਨੂੰ ਪਤਾ ਜੀਵਨ ਨਾਸ਼ ਹੋ ਰਿਹਾ ਹੈ ਅਤੇ ਇਹਦਾ ਪ੍ਰਯੋਗ ਕਰਨਾ ਹੈ। ਜੇ ਉਹਦਾ ਪ੍ਰਯੋਗ ਨਹੀਂ ਕਰੇਗਾ ਉਹ ਧਰਤੀ 'ਤੇ ਗੁਰਮੁਖ ਹੋ ਕੇ ਚੱਲ ਨਹੀਂ ਸਕੇਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਦੀਵੜੇ ਗਿਆ
ਬੁਝਾਏ। ਇਹ ਅਧਿਆਤਮਿਕ ਪੁਰਖਾਂ ਦੇ ਅਨੁਭਵ ਹਨ ਕਿ ਸਾਨੂੰ ਸਮਝਣਾ ਚਾਹੀਦਾ ਜੀਵਨ ਦੇ ਵਿੱਚ। ਹੁਣ ਕਈ ਵਾਰੀ ਆਪ ਜੀ ਨੂੰ ਐਸਾ ਲੱਗਦਾ ਹੋਏਗਾ ਕਿ ਅਧਿਆਤਮ ਦੇ ਵਿੱਚ ਮੌਤ, ਦੁੱਖ, ਇਹਨਾਂ ਹੀ ਚੀਜ਼ਾਂ ਦਾ ਜ਼ਿਕਰ ਹੈ, ਕੋਈ ਦੂਜੀ ਗੱਲ ਤਾਂ ਲੱਭਦੀ ਨਹੀਂ। ਗੱਲ ਇਹ ਹੈ ਕਿ ਜਦੋਂ ਤੱਕ ਮਨੁੱਖ ਇਸ ਗੰਭੀਰਤਾ ਦੇ ਵਿੱਚ ਜਾਂਦਾ ਨਹੀਂ, ਉਹਨਾਂ ਚਿਰ ਜੀਵਨ ਦੀ ਉਹਨੂੰ ਜਿਹੜੀ ਠੀਕ ਸੋਝੀ ਪਤਾ ਵੀ ਨਹੀਂ ਲੱਗਦੀ। ਹੁਣ ਕੁਦਰਤੀ ਹੈ ਕਿਸੇ ਬੰਦੇ ਕੋਲੋਂ 10-15 ਸੈਕਿੰਡ ਦੀ ਦੇਰੀ ਕਰਕੇ ਫਲਾਈਟ ਛੁੱਟ ਜਾਵੇ, ਟ੍ਰੇਨ ਛੁੱਟ ਜਾਵੇ, ਜਾਂ ਕੁਦਰਤੀ ਜਿਹੜਾ ਦੂਰ ਕਿਤੇ ਸਫ਼ਰ ਜਾਣ ਦਾ ਸਾਧਨ ਹੱਥੋਂ ਨਿਕਲ ਜਾਵੇ, ਉਹਨੂੰ ਪਤਾ ਲੱਗ ਜਾਂਦਾ ਹੈ ਕਿ 10 ਸੈਕਿੰਡ ਦੀ ਕੀ ਕੀਮਤ ਸੀ। ਕੁਦਰਤੀ ਹੈ ਕਈ ਵਾਰੀ ਲੋਕਾਂ ਦੀ ਕਿਸੇ ਦੇਰੀ ਕਰਕੇ ਕੋਈ ਨਾ ਕੋਈ ਜੀਵਨ ਦਾ ਕਾਰਜ ਕੁਝ ਸੈਕਿੰਡਾਂ ਦੀ ਦੇਰੀ ਕਰਕੇ ਛੁੱਟ ਜਾਂਦਾ ਹੈ। ਮਿੰਟ ਦੀ ਦੇਰੀ ਦੇ ਨਾਲ ਫਲਾਈਟ ਛੁੱਟ ਜਾਂਦੀ ਹੈ, ਫਿਰ ਕਈ ਜੁਰਮਾਨਾ ਪੈਂਦਾ ਹੈ, ਜਾਂ 2-3 ਦਿਨ ਫਲਾਈਟ ਲੇਟ ਹੋ ਜਾਂਦੀ ਹੈ। ਜਾਂ ਕੁਦਰਤੀ ਇੱਕ ਵਿਦਿਆਰਥੀ ਇਮਤਿਹਾਨ ਦੇ ਵਿੱਚ ਬੈਠਾ ਹੈ, ਪੂਰੀ ਤੇਜ਼ੀ ਦੇ ਨਾਲ ਇਮਤਿਹਾਨ ਨਹੀਂ ਕੀਤਾ, ਅੰਤਲੇ ਸਮਿਆਂ ਦੇ ਵਿੱਚ ਜਦੋਂ ਪ੍ਰਸ਼ਨ ਪੱਤਰ ਦਾ ਬੜਾ ਹਿੱਸਾ ਹੱਲ ਕਰਨ ਤੋਂ ਬਿਨਾਂ ਹੀ ਰਹਿ ਜਾਂਦਾ ਹੈ, ਫਿਰ ਇਹਨੂੰ ਪਤਾ ਲੱਗਦਾ ਹੈ ਕਿ 3 ਘੰਟਿਆਂ ਦੀ ਕੀ ਕੀਮਤ ਸੀ। ਜਦੋਂ ਜੀਵਨ ਦੇ ਪ੍ਰਾਣ ਖਤਮ ਹੋ ਜਾਂਦੇ ਨੇ ਅਤੇ ਬੰਦੇ ਨੂੰ ਲੱਗਦਾ ਕਿ ਬਸ ਹੁਣ ਗਿਣਤੀ ਦੇ ਪ੍ਰਾਣ ਬਚੇ ਨੇ, ਅਤੇ ਫਿਰ ਇੱਕ ਪ੍ਰਾਣ ਦੀ ਕੀਮਤ ਪੈਦਾ ਹੁੰਦੀ ਹੈ, ਮਾਲੂਮ ਹੁੰਦੀ ਹੈ ਕੀਮਤ। ਅਤੇ ਅਧਿਆਤਮਿਕ ਮੌਤ ਦਾ ਜ਼ਿਕਰ ਤਾਂ ਹੀ ਕੀਤਾ ਜਾਂਦਾ ਕਿ ਇੰਨੀ ਗੰਭੀਰਤਾ ਆ ਸਕੇ ਕਿ ਤੂੰ ਇਹ ਨਾ ਕਵੇਂ ਕਿ ਮੈਨੂੰ 50 ਸਾਲ ਦਾ ਜੀਵਨ ਚਾਹੀਦਾ ਜਾਂ ਮੈਨੂੰ 100 ਸਾਲ ਦਾ ਜੀਵਨ ਚਾਹੀਦਾ। ਤੇਰੇ ਜੀਵਨ ਦਾ ਗਿਆਨ ਅਤੇ ਉਹਦਾ ਵਿਵਹਾਰ ਇੰਨਾ ਬਰੀਕ ਹੋ ਜਾਵੇ ਕਿ ਹਰੇਕ ਪ੍ਰਾਣ ਦੀ ਕੀਮਤ, ਹੁਣ ਕੁਦਰਤੀ ਅੱਜ ਕੱਲ੍ਹ ਦਾ ਜਿਵੇਂ ਮਾਹੌਲ ਚੱਲ ਰਿਹਾ ਹੈ, ਸਾਨੂੰ ਕੁਦਰਤ ਨੇ ਇੱਕ ਵਾਰੀ ਫਿਰ ਸਤਰਕ ਕਰ ਦਿੱਤਾ ਕਿ ਤੇਰੇ ਪ੍ਰਾਣ ਕੀਮਤੀ ਨੇ, ਜਾਂ ਤੇਰੇ ਪ੍ਰਾਣਾਂ ਦੀ ਇੱਕ ਕੀਮਤ ਹੈ। ਅੱਜ ਦੇਖ ਲਓ ਹਾਲਤ, ਮਨੁੱਖ ਸੋਚ ਰਿਹਾ ਸੀ ਪਾਣੀ ਨਾ ਘੱਟ ਜਾਏ, ਭੋਜਨ ਦੇ ਸਰੋਤ ਨਾ ਘੱਟ ਜਾਣ, ਕੁਦਰਤੀ ਜਿਹੜੇ ਸਰੋਤ ਉਹ ਨਾ ਖਤਮ ਹੋ ਜਾਣ। ਜੀਵਨ ਦੀ ਹਾਲਤ ਇਤਨੀ ਤਰਸਯੋਗ ਹੋ ਗਈ ਹੈ ਕਿ ਮਨੁੱਖ ਦੇ ਪ੍ਰਾਣਾਂ ਦਾ ਹੀ ਸੰਕਟ ਬਣ ਗਿਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਦੀਵੜੇ ਗਿਆ ਬੁਝਾਏ। ਤਾਂ ਕਰਕੇ ਅਧਿਆਤਮਿਕਤਾ ਦੇ ਵਿੱਚ ਕਿ ਇੰਨੀ ਗੰਭੀਰਤਾ ਦੇ ਨਾਲ ਜਿਉਣਾ ਕਿ ਜਿਵੇਂ ਕੰਜੂਸ ਬੰਦਾ ਹੁੰਦਾ ਨਾ, ਉਹਦੇ ਕੋਲੋਂ ਵੀ ਗਿਆਨ ਹੈ ਇੱਕ। ਉਹ ਜਦੋਂ ਭਾਵੇਂ ਉਹਨੂੰ ਪਤਾ ਕਿ ਆਹ ਕੰਮ ਕਰਨ ਤੋਂ ਬਿਨਾਂ ਮੇਰਾ ਸਰਨਾ ਨਹੀਂ, ਪੈਸੇ ਖਰਚਣੇ ਹੀ ਪੈਣੇ ਨੇ, ਤਾਂ ਵੀ ਉਹ 10 ਦਿਨ ਸੋਚਦਾ ਰਹਿੰਦਾ ਕਿ ਕੋਈ ਹੱਲ ਕਿਤੇ ਕਿਸੇ ਤਰਫੋਂ ਨਿਕਲ ਹੀ ਆਵੇ ਅਤੇ ਆ ਪੈਸੇ ਇੰਨੇ ਨਾ ਘੱਟ ਖਰਚਣੇ ਪੈਣ ਜਾਂ ਨਾ ਖਰਚਣੇ ਪੈਣ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਿ ਪ੍ਰਾਣਾਂ ਦੀ ਅਮੋਲਕਤਾ ਬਾਰੇ, ਜੀਵਨ ਦੀ ਦੁਰਲੱਭਤਾ ਬਾਰੇ ਅਤੇ ਜੀਵਨ ਦੇ ਠੀਕ ਮਨੋਰਥ ਬਾਰੇ ਬੰਦਾ ਸਤਰਕ ਹੋ ਜਾਏ। ਕੇਵਲ ਇੱਕੋ ਹੀ ਪੱਖ ਬਚਦਾ ਹੈ, ਉਹ ਹੈ ਮੌਤ ਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੀਵੜੇ ਗਿਆ ਬੁਝਾਏ। ਉਹ ਮੌਤ ਰੂਪ ਫਰਿਸ਼ਤਾ ਜਿਹੜਾ ਹੈ ਜੀਵਨ ਦਾ ਦੀਵਾ ਬੁਝਾ ਕੇ ਚਲਿਆ ਜਾਂਦਾ ਹੈ ਅਤੇ ਜੀਵਨ ਦੀ ਸਾਰੀ ਬੱਤੀ ਗੁੱਲ ਹੋ ਜਾਂਦੀ ਹੈ। ਭਗਤ ਕਬੀਰ ਸਾਹਿਬ ਜੀ ਦਾ ਨਾ ਬਾਣੀ ਦੇ ਵਿੱਚ ਵਾਕ ਆਸਾ ਰਾਗ ਦੇ, ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸਲੇ ਸਿਦਾਨਾ। ਉਹਦੇ ਵਿੱਚ ਜ਼ਿਕਰ ਆਉਂਦਾ, ਬਾਬਾ ਬੋਲਤੇ ਤੇ ਕਹਾ ਗਏ, ਦੇਹੀ ਕੇ ਸੰਗ ਰਹਤੇ, ਸੁਰਤੇ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਕਹਿੰਦੇ ਜ਼ਿਕਰ ਹੈ ਜਿਹੜੀ ਆਵਾਜ਼ ਬੋਲ ਰਿਹਾ ਸਾਂ, ਜਿਹੜੀ ਆਵਾਜ਼ ਦੇ ਵਿੱਚੋਂ ਭਾਸ਼ਾ ਬਣ ਰਹੀ ਸੀ, ਸੰਗੀਤ ਬਣ ਰਿਹਾ ਸੀ, ਤੇਰਾ ਲੈਕਚਰ ਬਣ ਰਿਹਾ ਸੀ, ਤੇਰੀ ਗੱਲਬਾਤ ਬਣ ਰਹੀ ਸੀ, ਉਹ ਆਵਾਜ਼ ਕਿੱਥੋਂ ਆ ਰਹੀ ਸੀ? ਇਸ ਗੱਲ ਦੀ ਖੋਜ ਕਰ। ਹੁਣ ਜੀਵਨ ਤਾਂ ਮੱਧਮ ਪੈ ਗਿਆ ਹੈ। ਹੁਣ ਸਾਨੂੰ ਕੁਦਰਤੀ ਕਹੇਗਾ, ਜੇ ਅਸੀਂ ਆਵਾਜ਼ ਦੇ ਸੰਬੰਧ ਵਿੱਚ ਜਾਣੀਏ ਤਾਂ ਜਿਹੜੇ ਨਿਰੀਖਣ ਕਰਨ ਵਾਲੇ ਹਨ, ਮੈਡੀਕਲ ਸਾਇੰਸ ਵਾਲੇ ਹਨ, ਉਹ ਕਹਿੰਦੇ ਜਦੋਂ ਬੰਦਾ ਸਾਹ ਲੈਂਦਾ ਹੈ ਅਤੇ ਸਾਹ ਦਾ ਇੱਕ ਹਿੱਸਾ ਤਾਂ ਹੋ ਜਾਂਦਾ ਸਰੀਰ ਦੀ ਕਿਰਿਆਵਾਂ ਲਈ ਪ੍ਰਯੋਗ, ਇੱਕ ਹਿੱਸੇ ਦੇ ਵਿੱਚ ਜਿੱਥੇ ਮਨੁੱਖ ਦਾ, ਜਿਹਨੂੰ ਉਹ ਸਾਊਂਡ ਸਿਸਟਮ ਕਹਿ ਸਕਦੇ ਸਰਲ ਭਾਸ਼ਾ 'ਚ, ਕਹਿੰਦੇ ਉਹ ਹਵਾ ਜਾ ਕੇ ਉੱਥੇ ਟਕਰਾਉਂਦੀ ਹੈ, ਉੱਥੋਂ ਮੁੜ ਚੱਲਦੀ ਜਾਂਦੀ ਹੈ ਅਤੇ ਉਹ ਗਲੇ ਦੀਆਂ ਕਈ ਝਿੱਲੀਆਂ ਵਿੱਚ ਵੱਜ ਕੇ ਜਦੋਂ ਕਈ ਤਰ੍ਹਾਂ ਦੇ ਰੂਪ ਲੈ ਲੈਂਦੀ ਹੈ ਅਤੇ ਉਦੋਂ ਆਵਾਜ਼ ਬਣਦੀ ਹੈ। ਉਂਝ ਜੋ ਮੂਲ 'ਚ ਪ੍ਰਾਣ ਹੀ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਉਹ ਆਵਾਜ਼ ਕਿੱਥੇ ਗਈ। ਦੂਜਾ, ਉਹ ਨੇਤਰਾਂ ਦਾ ਪ੍ਰਕਾਸ਼ ਕਿੱਥੇ ਗਿਆ। ਨੇਤਰ ਤਾਂ ਸਾਡੇ ਕੋਲ ਪਏ ਨੇ, ਬੰਦੇ ਦੇ ਮ੍ਰਿਤ ਵੀ ਹੋ ਗਿਆ ਹੈ, ਉਹਦੀ ਜ਼ੁਬਾਨ ਵੀ ਪਈ ਹੈ, ਉਹਦੇ ਨੇਤਰ ਵੀ ਨੇ, ਉਹਦੇ ਕੰਨ ਵੀ ਨੇ, ਇਹਦੇ ਵਿੱਚੋਂ ਚੀਜ਼ ਕਿਹੜੀ ਰੁਖਸਤ ਹੋਈ। ਇਸ ਕਰਕੇ ਉਹਦੇ ਵਿੱਚ ਆਉਂਦਾ, ਮ੍ਰਿਤਕ ਭਈ ਦਿਸੈ ਸਭ ਬੰਦ ਛੂਟੇ, ਮਿੱਤਰ ਭਾਈ ਸਭ ਛੋਰੇ। ਕਿ ਜਿਹੜੇ 10 ਗਿਆਨ ਇੰਦਰੇ ਹਨ,
ਇਹ ਵੀ ਹੁਣ ਬੰਦ ਪਏ ਹਨ। ਮਤਲਬ ਸਾਜ਼ ਬਾਕੀ ਹੈ, ਪਰ ਸਾਜ਼ ਦੇ ਅੰਦਰ ਆਵਾਜ਼ ਨਹੀਂ ਹੈ। ਸਾਜ਼ ਦੇ ਜਿਹੜੇ ਸੁਰ ਨੇ ਉਹ ਵੀ ਪਏ ਹੋਏ ਨੇ, ਅੱਖਾਂ, ਨੇਤਰ, ਕੰਨ, ਸਾਰਾ ਕੁਝ ਪਿਆ ਹੋਇਆ ਹੈ, ਪਰ ਇਹਨਾਂ ਦੇ ਅੰਦਰਲਾ ਸੰਗੀਤ ਨਹੀਂ ਚੱਲ ਰਿਹਾ, ਇਹਨਾਂ ਦੇ ਅੰਦਰਲਾ ਜੀਵਨ ਨਹੀਂ ਚੱਲ ਰਿਹਾ। ਇਹਦਾ ਮਤਲਬ ਜੀਵਨ ਦਾ ਮੁੱਢ ਕੁਝ ਹੋਰ ਸੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਦੀਵੜੇ ਗਿਆ ਬੁਝਾਏ। ਅਤੇ ਜਿੱਥੇ ਸਾਡੇ ਜੀਵਨ ਦਾ ਮੂਲ ਸਰੋਤ ਪਿਆ ਹੋਇਆ ਹੈ, ਉਹਦੀ ਤਲਾਸ਼ ਕਰਕੇ ਜਿਉਣਾ ਅਤੇ ਉਹਦੇ ਪੂਰਾ ਆਪਣੇ ਜੀਵਨ 'ਚ ਅਨੁਭਵ ਕਮਾ ਲੈਣਾ, ਇਹੀ ਇੱਕ ਗੁਰਮੁਖਾਂ ਵਾਲਾ ਜੀਵਨ ਹੁੰਦਾ। ਬੰਦਾ ਸਾਰੀ ਜ਼ਿੰਦਗੀ ਅਚੇਤ ਰਹਿੰਦਾ ਹੈ ਕਿ ਕੋਈ ਵੱਡੀ ਹਸਤੀ, ਵੱਡੀ ਸ਼ਕਤੀ ਮੇਰੇ ਜੀਵਨ ਦੇ ਵਿੱਚ ਵਿਚਰ ਕੇ ਇਹਨੂੰ ਚਲਾਉਂਦੀ ਰਹੀ। ਹੁਣ ਕੁਦਰਤੀ ਹੈ, ਆਹ ਮਸ਼ੀਨਾਂ ਮਨੁੱਖ ਨੇ ਵਿਗਿਆਨ ਦੇ ਤੌਰ 'ਤੇ ਨਿਰਮਿਤ ਕੀਤੀਆਂ ਨੇ, ਉਹਨਾਂ ਦੀ ਸਾਰੀ ਰੂਪ ਰੇਖਾ ਬਣਾਉਂਦਾ ਹੈ, ਉਹਨਾਂ ਦੀ ਸਾਰੀ ਅੰਦਰਲੀ ਪ੍ਰੋਗਰਾਮਿੰਗ ਕਰਦਾ ਹੈ, ਤਾਂ ਵੀ ਮਨੁੱਖ ਦੀਆਂ ਪਾਈਆਂ ਹੋਈਆਂ ਮਸ਼ੀਨਾਂ 'ਚ ਵਿਗਾੜ ਆ ਜਾਂਦੇ ਨੇ, ਜਾਂ ਮਨੁੱਖ ਦੀਆਂ ਬਣਾਈਆਂ ਹੋਈਆਂ ਤਕਨੀਕਾਂ ਦੇ ਵਿੱਚ ਕਈ ਨਾ ਕਈ ਨੁਕਸ ਪੈਦਾ ਹੋ ਜਾਂਦੇ ਨੇ। ਕੁਦਰਤੀ ਹੈ ਸਰੀਰ, ਉਹ ਕੁਦਰਤੀ, ਉਹ ਇੱਕ ਮਸ਼ੀਨੀ ਲੋਹ ਹੋਰ ਇੱਕ ਤਰ੍ਹਾਂ ਦਾ ਹੁੰਦਾ ਹੈ। ਜੀਵਨ ਦੇ ਵਿੱਚ ਆ ਜਦੋਂ ਕਦੇ ਜਿੰਨੀਆਂ ਇਲਾਜ ਵਿਧੀਆਂ ਨੇ ਅੱਜ ਕੱਲ੍ਹ ਚੱਲ ਰਹੀਆਂ ਨੇ, ਇਹਨਾਂ ਦੀ ਗਹਿਰਾਈ ਵਿੱਚ ਜਾਓ ਤਾਂ ਪਤਾ ਲੱਗਦਾ ਹੈ ਕਿ ਜੀਵਨ ਦੇ ਵਿੱਚ ਅਸੀਂ ਤਾਂ ਆਪਣੀ ਅੰਗਾਂ ਨੂੰ ਬੜਾ ਪ੍ਰਮੁੱਖ ਜਾਣਦੇ ਹਾਂ। ਜੀਵਨ ਦੀ ਇਤਨੀ ਜ਼ਿਆਦਾ ਬਰੀਕੀ ਹੈ ਕਿ ਅਗਰ ਕਿਸੇ ਇੱਕ ਵਾਲ ਤੋਂ ਬਾਰੀਕ ਜਿਹੜੀ ਨਾਸਾਦਕ ਹੁੰਦੀ ਹੈ, ਉਹੀ ਕਿਤੇ ਅੱਗੇ ਪਿੱਛੇ ਹੋ ਜਾਏ ਨਾ, ਅਤੇ ਜੀਵਨ ਦੇ ਵਿੱਚ ਸੰਕਟ ਬਣ ਜਾਂਦਾ ਹੈ। ਇਸ ਕਰਕੇ ਇਹ ਦੇਹ ਕਿੰਨੀ ਅਮੋਲਕਤਾ ਦੇ ਨਾਲ ਭਰੀ ਹੋਈ ਹੈ, ਇਹਦਾ ਇਲਮ ਹੋਣਾ ਚਾਹੀਦਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇਸ ਇਲਮ ਤੋਂ ਬੰਦਾ ਅਚੇਤ ਰਹਿੰਦਾ ਹੈ, ਇਸ ਕਰਕੇ ਉਹ ਦੇਹ ਦੀ ਕੀਮਤ ਨਹੀਂ ਜਾਣਦਾ। ਆਪਣੇ ਚੇਤਨਾ ਦੀ ਦਿਮਾਗ ਦੇ ਨਾਲ ਲੱਖ ਰੁਪਈਆ ਕਮਾਇਆ, ਉਹਦੀ ਕੀਮਤ ਪਤਾ ਹੈ ਕਿ ਲੱਖ ਕਿੰਨਾ ਹੁੰਦਾ ਹੈ, ਪਰ ਉਹ ਤਾਣ ਬਣਿਆ ਕਿਵੇਂ, ਦਿਮਾਗ ਦਾ ਹਿੱਸਾ ਬਣਿਆ ਕਿਵੇਂ, ਜਿਹਦੇ ਵਿੱਚ ਕਲਪਨਾ, ਸਮਝ, ਸੂਝ, ਤਰਕ, ਇਹ ਸਾਰਾ ਕੁਝ ਪੈਦਾ ਹੋਇਆ, ਇਹਦਾ ਕੋਈ ਫਿਕਰ ਨਹੀਂ। ਆਪਣੇ ਸੰਗੀਤਕ ਵਿੱਦਿਆ ਦੇ ਨਾਲ ਬਣਾਈ ਹੋਈ ਹਸਤੀ ਦਾ ਪਤਾ ਹੈ ਕਿ ਲੋਕ ਮੈਨੂੰ ਬੜਾ ਵੱਡਾ ਸੰਗੀਤਕਾਰ ਕਹਿੰਦੇ ਨੇ, ਪਰ ਉਹ ਆਵਾਜ਼ ਜਿਹਨੇ ਤੈਨੂੰ ਸੰਗੀਤ ਬਣਾਇਆ, ਉਹਦਾ ਮੂਲ ਕੀ ਹੈ, ਇਹ ਨਹੀਂ ਬੰਦੇ ਨੂੰ ਪਤਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਮਲਕ ਬਹਿਠਾ ਆਏ, ਅਤੇ ਜੀਵਨ ਦਾ ਜਿਹੜਾ ਅਸਲ ਮਾਲਕ ਹੈ, ਜਿਹਨੇ ਇਸ ਜੀਵਨ ਨੂੰ ਲੈ ਜਾਣਾ ਹੈ, ਉਹ ਇਹਦੇ ਮਗਰ ਬੈਠਾ ਹੋਇਆ ਹੈ। ਅਤੇ ਇਸ ਕਰਕੇ ਮਨੁੱਖ ਨੂੰ ਸਾਰੇ ਜੀਵਨ ਇਸ ਗੱਲ ਪ੍ਰਤੀ ਸਤਰਕ ਰਹਿਣਾ ਚਾਹੀਦਾ ਹੈ। ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਹਾ। ਕਈ ਦਫਾ ਜ਼ਿਕਰ ਕੀਤਾ ਹੈ ਕਿ ਕਈ ਵਾਰੀ ਸਾਡੀ ਜਦ ਆਮ ਗੱਲਬਾਤ ਹੁੰਦੀ ਹੈ ਨਾ, ਉਹਦੇ ਵਿੱਚ ਅਸੀਂ ਦੋ ਚੀਜ਼ਾਂ ਦਾ ਫਰਕ ਕਰਕੇ ਚੱਲਦੇ ਹਾਂ ਜੀ, ਇਹ ਦੁਨਿਆਵੀ ਗੱਲ ਹੈ, ਇਹ ਅਧਿਆਤਮਕ ਗੱਲ ਹੈ। ਪਰ ਜਦੋਂ ਜਿਹੜੇ ਬੰਦਿਆਂ ਦੀ ਸੁਰਤ ਉੱਚੀ ਹੋ ਜਾਂਦੀ ਹੈ, ਉਹਨਾਂ ਦੀ ਦੁਨਿਆਵੀ ਵੀ ਅਧਿਆਤਮਕ ਹੋ ਜਾਂਦਾ ਹੈ। ਹੁਣ ਕੁਦਰਤੀ ਹੈ ਜਿਹੜਾ ਇਸ ਸ਼ਲੋਕ ਦਾ ਜ਼ਿਕਰ ਆਇਆ, ਜਾਂ ਆਪ ਜੀ ਨੇ ਬਾਣੀ ਦੇ ਬੜੇ ਜ਼ਿਕਰ ਪੜ੍ਹਦੇ ਹੋ, ਬਾਣੀ ਜ਼ਿਕਰ ਆਉਂਦਾ ਨਾ, ਭਾਂਡਾ ਧੋਏ ਬੈਸ ਧੂਪ ਦੇਵੋ। ਹੁਣ ਜੇ ਅਸੀਂ ਇਹਨੂੰ ਦੁਨਿਆਵੀ ਕਹਿ ਲਈਏ ਅਤੇ ਇਹਦਾ ਮਤਲਬ ਕੀ, ਇਹਦੇ ਅੰਦਰ ਗਿਆਨ ਨਹੀਂ ਪਿਆ ਹੋਇਆ। ਪਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਿਵੇਂ ਇੱਕ ਬੀਬੀ ਭਾਂਡਾ ਮਾਂਜਦੀ ਹੈ, ਉਸ ਤੋਂ ਬਾਅਦ ਉਹਨੂੰ ਸੁਕਾਉਂਦੀ ਹੈ, ਬਾਅਦ 'ਚ ਲੌਂਗਾਂ ਦੀ ਧੂਫ ਦਿੰਦੀ ਹੈ, ਫਿਰ ਉਹਦੇ ਵਿੱਚ ਕੋਈ ਵਸਤ ਪਾਉਂਦੀ ਹੈ, ਅਤੇ ਇਹਦੇ ਤੋਂ ਹੀ ਅਧਿਆਤਮਿਕ ਸਿੱਖਿਆ ਜਾਣਾ ਹੈ। ਇਸ ਕਰਕੇ ਦੁਨੀ ਹੀ ਸਾਡਾ ਅਧਿਆਤਮਿਕ ਦੇ ਤਰਫ ਚੱਲਣ ਦਾ ਪਹਿਲਾ ਕਦਮ ਬਣਦੀ। ਇਸ ਕਰਕੇ ਦੁਨੀ ਦੀ ਰਿਜੈਕਸ਼ਨ ਬਾਣੀ ਵਿੱਚ ਨਹੀਂ ਹੈ, ਦੁਨੀਆ ਦੀ ਰਿਜੈਕਸ਼ਨ ਨਹੀਂ ਹੈ, ਉਹਦਾ ਸਦ ਪ੍ਰਯੋਗ ਕਿਹਾ ਗਿਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਦੇਖਿਆ ਹੈ ਵੇਖ ਕਪਾਹ ਹੈ। ਜਦੋਂ ਕਪਾਹ ਜਿਹੜੀ ਹੈ ਪੱਕਦੀ ਹੈ ਟਿੰਡਿਆਂ ਦੇ ਰੂਪ ਵਿੱਚ ਖੇਤ ਦੇ ਵਿੱਚ, ਉਹਨੂੰ ਹੱਥਾਂ ਦੁਆਰਾ ਇੱਕ ਇੱਕ ਟਿੰਡਾ ਉਹਦਾ ਚੁਣਿਆ ਜਾਂਦਾ, ਬਹੁਤ ਵੱਡੀ ਮਾਤਰਾ ਜਿਤਨਾ ਵੀ ਹੋਵੇ ਇਕੱਠਾ ਕਰ ਲਿਆ ਜਾਂਦਾ। ਕਹਿੰਦੇ ਕਪਾਹ ਨੇ ਉੱਥੋਂ ਚੱਲ ਕੇ ਇੱਕ ਕੱਤੇ ਹੋਏ ਕੱਪੜੇ ਦੇ ਰੂਪ ਵਿੱਚ, ਸੂਤ ਦੇ ਰੂਪ ਵਿੱਚ ਸਾਹਮਣੇ ਆਉਣਾ ਹੈ। ਕਿੰਨੀਆਂ ਮਾਰਾਂ ਹਨ। ਟਿੰਡਿਆਂ ਨੂੰ ਭੰਨਿਆ ਜਾਂਦਾ ਹੈ ਕਿ ਉਹਦੇ ਵਿਚਲਾ ਜਿਹੜਾ ਖੋਖ ਜਿਹਾ ਹੈ, ਸਖਤ ਜਿਹਾ ਹੁੰਦਾ, ਉਹ ਵੱਖਰਾ ਹੋ ਜਾਏ, ਅਤੇ ਰੂੰ ਜਿਹਾ ਵੱਖਰਾ ਹੋ ਜਾਏ। ਕਹਿੰਦੇ ਉਸ ਤੋਂ ਬਾਅਦ ਉਹਨੂੰ ਜਦੋਂ ਪਿੰਜਿਆ ਜਾਂਦਾ ਹੈ, ਪਿੰਜੇ ਦੇ ਵਿੱਚ ਕਿੰਨੀਆਂ ਬਰੀਕ ਉਹ ਛੁਰੀਆਂ ਜਿਹੀਆਂ ਹੁੰਦੀਆਂ ਨੇ, ਜਿਹੜੀਆਂ ਉਹਨਾਂ ਟਿੰਡਿਆਂ ਦੇ ਵਿੱਚ ਚੱਲ ਚੱਲ ਕੇ ਉਹਦਾ ਨਿੱਕਾ ਨਿੱਕਾ ਰੇਸ਼ਾ ਬਣਾਉਂਦੀਆਂ ਨੇ। ਕਹਿੰਦੇ ਉਸ ਤੋਂ ਬਾਅਦ ਫਿਰ ਉਹਦੀ ਹਾਲਤ ਆਉਂਦੀ ਹੈ ਜਦੋਂ ਕੱਤਣ ਵਾਲਾ ਹਿੱਸਾ ਆਉਂਦਾ ਹੈ, ਫਿਰ ਉਹਦੇ ਰੇਸ਼ਿਆਂ ਨੂੰ ਬਾਰ-ਬਾਰ ਜਿਹੜਾ ਵੱਲ ਚੜ੍ਹਾ ਕੇ, ਚਰਖੇ ਉੱਪਰ ਚੜ੍ਹਾ ਕੇ, ਉਹਦੀ ਬੜੀ ਬਰੀਕ ਇੱਕ ਤਾਰਾਂ ਬਣਾ ਬਣਾ ਕੇ ਕੱਤਿਆ ਜਾਂਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇੱਕ ਕੱਪੜੇ ਦੀ ਹਾਲਤ ਲੈਣ ਦੇ ਲਈ ਜਿਵੇਂ ਇੱਕ ਕਪਾਹ ਨੂੰ ਇਤਨੇ ਕਸ਼ਟਾਂ ਵਿੱਚੋਂ ਜਾਲਣਾ ਪੈਂਦਾ, ਕਹਿੰਦੇ ਇੱਕ ਤਾਂ ਇਹ ਹਾਲਤ,
ਦੂਜੀ ਹੈ ਤਿਲਾਂ ਦੀ ਹਾਲਤ। ਪ੍ਰਾਪਤ ਕਰਨਾ ਹੈ ਤੇਲ, ਕਹਿੰਦੇ ਤਿਲਾਂ ਨੂੰ ਕਈ ਪਤਾ ਨਹੀਂ ਕਿੰਨੀ ਅਸੰਖਾਂ ਦੀ ਗਿਣਤੀ ਦੇ ਵਿੱਚ ਪੀੜਿਆ ਜਾਂਦਾ ਕੋਲੂ ਦੇ ਵਿੱਚ, ਫਿਰ ਉਹਨਾਂ ਦੇ ਵਿੱਚੋਂ ਤੇਲ ਹੁੰਦਾ। ਕਹਿੰਦੇ ਇੰਝ ਹੀ ਕਮਾਦ, ਭਾਵ ਕਿ ਗੁੜ ਪੈਦਾ ਕਰਨਾ ਹੈ ਤੇ ਕੁਦਰਤੀ ਹੈ ਕਿ ਉਹਦੀ ਪਹਿਲੀ ਆਰੰਭਣਾ ਤੋਂ ਲੈ ਕੇ ਗੁੜ ਬਣਨ ਤੱਕ ਕਿੰਨੇ ਜ਼ਿਆਦਾ ਉਹਨੂੰ ਕਸ਼ਟਾਂ ਵਿੱਚੋਂ ਲੰਘਣਾ ਪੈਂਦਾ ਹੈ। ਇਸੇ ਤਰ੍ਹਾਂ ਕਹਿੰਦੇ ਕਾਗਜ਼ ਹੈ, ਜਿਵੇਂ ਕਾਗਜ਼ ਬਣਾਉਣਾ ਹੈ, ਕਿੰਨੀ ਵਾਰੀ ਉਸੇ ਚੀਜ਼ ਨੂੰ ਗਾਲ ਗਾਲ ਕੇ ਨਪੀੜਿਆ ਜਾਂਦਾ, ਫਿਰ ਜਾ ਕੇ ਉਹਦੇ ਹਿੱਸੇ ਕਰਕੇ ਕਾਗਜ਼ ਬਣਦਾ। ਕਹਿੰਦੇ ਕੁੰਨੇ ਦਾ ਅਤੇ ਕੋਇਲੇ ਦਾ, ਕੁੰਨੇ ਦਾ ਭਾਵ ਹੁੰਦਾ ਜਿਵੇਂ ਧੋਬੀ ਲੋਕ ਹੁੰਦੇ ਨੇ, ਇਹ ਜਦੋਂ ਕੱਪੜੇ ਆਦਿਕ ਧੋਣੇ ਉਹਨਾਂ ਕੋਲ ਬੜਾ ਵੱਡਾ ਮੱਟ ਹੁੰਦਾ ਮਿੱਟੀ ਦਾ, ਅਤੇ ਉਹਦੇ ਹੇਠਾਂ ਉਹ ਹਮੇਸ਼ਾ ਅੱਗ ਬਾਲੀ ਜਾਂਦੇ ਨੇ ਵਾਰ-ਵਾਰ ਲਗਾਤਾਰ, ਅਤੇ ਉਹ ਸਾਰਾ ਦਿਨ ਉਹਨਾਂ ਦੀ ਮੱਟੀ ਜਿਹੜੀ ਜਲਦੀ ਰਹਿੰਦੀ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਾਰੀਆਂ ਚੀਜ਼ਾਂ ਵੱਲ ਦੇਖ, ਇਹ ਕਿੰਨੇ ਕਸ਼ਟਾਂ ਵਿੱਚ ਚੱਲ ਰਹੀਆਂ ਨੇ, ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੁਨੀਆ ਨੂੰ ਸਮਝ ਆਉਂਦਾ ਹੋਏਗਾ ਕਿ ਇਹ ਕੰਮ ਨੇ ਜੀ। ਹੁਣ ਗੰਨੇ ਨੇ ਗੁੜ ਬਣਨਾ ਹੈ ਤਾਂ ਉਹਨੂੰ ਇਸ ਪ੍ਰੋਸੈਸ 'ਚੋਂ ਗੁਜ਼ਰਨਾ ਪਏਗਾ, ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਨੂੰ ਇਹ ਖਿਆਲ ਸਮਝ ਆਉਂਦਾ ਹੈ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤੇ ਨਾਹ, ਕਿ ਜਿਨ੍ਹਾਂ ਦੇ ਅਮਲ ਮੰਦੇ ਹਨ ਉਹਨਾਂ ਨੂੰ ਇੰਝ ਹੀ ਜਲਣਾ ਪੈਂਦਾ ਹੈ, ਇੰਝ ਹੀ ਬਾਰ-ਬਾਰ ਜਿਹੜਾ ਹੈ ਉਹਨਾਂ ਨੂੰ ਇੱਕ ਜਿਹਨੂੰ ਅਸੀਂ ਸਜ਼ਾ ਵਿਧਾਨ ਕਹਿੰਦੇ ਉਹਦੇ ਵਿੱਚੋਂ ਗੁਜ਼ਰਨਾ ਪੈਂਦਾ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਇਹ ਗੱਲ ਕਿਸੇ ਡਰਾਵੇ 'ਚੋਂ ਨਹੀਂ ਕਹਿ ਦਿੱਤੀ ਕਿ ਸਾਡੀ ਹਾਲਤ ਜਿਹੜੀ ਹੈ ਜੀ ਉਹ ਨਾ ਮੰਦੇ ਕਰਮ ਕਰਾਂਗੇ ਅਤੇ ਇੰਝ ਦੀ ਹੋਵੇਗੀ। ਬਾਬਾ ਫਰੀਦ ਸਾਹਿਬ ਜੀ ਨੇ ਕਿੱਡਾ ਬਰੀਕ ਥਾਟ ਬਣਾਇਆ ਹੈ ਕਿ ਵੇਖ ਕਪਾਹ ਹੈ ਜੇ ਥੀਆ, ਕਿ ਕਪਾਹ ਇੱਕ ਧਰਤੀ ਦੀ ਅਮੋਲਕ ਵਸਤੂ ਹੈ ਅਤੇ ਉਹਨੂੰ ਇੱਕ ਪ੍ਰਯੋਗ ਦੇ ਵਿੱਚ ਲਿਆਉਣਾ ਹੈ ਅਤੇ ਮਾਲਕ ਉਹਦੇ ਕੋਲੋਂ ਗੁਜ਼ਰਾਉਂਦਾ ਹੈ ਉਹਨੂੰ ਉਸ ਸਾਰੀ ਚੀਜ਼ ਦੇ ਵਿੱਚੋਂ। ਮਨੁੱਖ ਤੇਰੇ ਕੋਲੋਂ ਚੇਤਨਾ ਹੈ, ਸਮਝ ਹੈ, ਵਸੀਲੇ ਨੇ ਤੇਰੇ ਜੀਵਨ 'ਚ ਤਾਣ ਹੈ। ਇੰਨਾ ਕੁਝ ਹੁੰਦਿਆਂ ਹੋਇਆਂ ਜੇ ਤੇਰੇ ਤੋਂ ਚੰਗਾ ਅਮਲ ਨਾ ਪੈਦਾ ਹੋ ਸਕਿਆ ਅਤੇ ਤੇਰੀ ਇਹੀ ਦੇਹ ਦੇ ਬਲ ਨੂੰ ਫਿਰ ਜਿਹੜਾ ਅਕਾਲ ਪੁਰਖ ਸਿਰਜਣਹਾਰ ਹੈ ਉਹ ਸਜ਼ਾ ਦੇ ਨੇਮ ਵਿੱਚ ਪਾ ਦੇਗਾ, ਅਤੇ ਫਿਰ ਸਜ਼ਾ ਦੇ ਨੇਮ ਵਿੱਚ ਪਿਆ ਹੋਇਆ ਬੰਦਾ ਉਹੀ ਕੰਮ ਕਰਦਾ ਜਿਹੜਾ ਸਜ਼ਾ ਦੇ ਤਹਿਤ ਲੱਗਿਆ ਹੋਵੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਮੰਦੇ ਅਮਲ ਕਰੇਂਦਿਆਂ। ਹੁਣ ਮੰਦੇ ਅਮਲ ਦਾ ਇੱਕ ਬੜਾ ਗਹਿਰਾ ਭਾਵ ਹੈ ਕਿ ਜਿਵੇਂ ਕੁਦਰਤੀ ਮੰਦੇ ਅਮਲ ਦਾ ਭਾਵ ਇਹ ਹੈ ਕਿ ਜਦੋਂ ਮਨੁੱਖ, ਇਸ ਕਰਕੇ ਸੂਫੀਆਂ ਨੇ ਬੜਾ, ਉਹਨਾਂ ਨੇ ਕਈ, ਆਪ ਜੀ ਨੇ ਦੇਖਿਆ ਜਦੋਂ ਸੂਫੀਆਂ ਦੇ ਵਿੱਚ ਗੱਲ ਚੱਲਦੀ ਹੈ, ਉਹ ਕਈ ਦਫਾ ਉਹ ਜਦੋਂ ਵਸਤਰ ਪਹਿਨਦੇ ਨੇ ਜਾਂ ਬੈਠਦੇ ਨੇ ਤਾਂ ਉਹ ਕਹਿੰਦੇ ਨੇ ਹੇਠਲੀ ਵਿਛਾਈ ਬੜੀ ਸਾਫ਼ ਹੋਣੀ ਚਾਹੀਦੀ। ਇੱਕ ਦਫਾ ਕਿਸੇ ਨੇ ਪੁੱਛਿਆ ਕਿ ਇਹਦਾ ਕਾਰਨ ਕੀ ਹੈ, ਕਹਿਣ ਲੱਗਾ ਕਿ ਜਿਵੇਂ ਇੱਕ ਕਿਣਕੇ ਦੀ ਹੋਂਦ ਵੀ ਹੁੰਦੀ ਹੈ ਨਾ, ਉਹ ਵੀ ਪਤਾ ਲੱਗਦੀ ਹੈ। ਮਨ ਦਾ ਮੁਸੱਲਾ ਇੰਨਾ ਜ਼ਿਆਦਾ ਸਾਫ਼ ਹੋਣਾ ਚਾਹੀਦਾ ਹੈ ਕਿ ਬੰਦਾ ਉੱਥੇ ਬੜੀ ਇਕਾਗਰਤਾ ਦੇ ਨਾਲ ਬੰਦਗੀ ਕਰ ਸਕੇ। ਪਰ ਮੰਦੇ ਅਮਲ ਕਰੇਂਦਿਆਂ ਦਾ ਭਾਵ ਕੀ ਹੈ ਕਿ ਮਨੁੱਖ ਜਦੋਂ ਆਪਣੇ ਜੀਵਨ ਦੀ ਗਿਆਨਮਈ ਹਾਲਤ ਨਹੀਂ ਕਮਾਉਂਦਾ, ਉਹਨੂੰ ਨਹੀਂ ਪਤਾ ਕੀ ਕਰਮ ਕਰਨਾ ਕੀ ਨਹੀਂ ਕਰਨਾ। ਜਿਵੇਂ ਕੁਦਰਤੀ ਬੋਲਣ ਦੀ ਗੱਲ ਹੈ, ਬੋਲਣ ਦਾ ਵੀ ਗਿਆਨ ਨਹੀਂ ਹੈ, ਕਿਹੜਾ ਵਾਕ ਕਹਿਣਾ ਹੈ, ਕਿਹੜੇ ਵਾਕ ਦਾ ਕੀ ਅਰਥ ਬਣੇਗਾ, ਉਸ ਵਾਕ ਦੇ ਨਾਲ ਜੀਵਨ ਦੇ ਵਿੱਚ ਕੀ ਪਰਿਵਰਤਨ ਆਏਗਾ, ਇਹਦਾ ਗਿਆਨ ਨਹੀਂ ਹੈ। ਦੇਖਣ ਸੁਣਨ ਦਾ ਗਿਆਨ ਨਹੀਂ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਗਿਆਨ ਮੌਜੂਦ ਨਹੀਂ ਹੁੰਦਾ ਉਦੋਂ ਮੰਦੇ ਅਮਲ ਕਰੇਂਦਿਆਂ। ਹੁਣ ਚੋਰ ਆਪਣੀ ਚੋਰੀ ਨੂੰ ਅੰਜਾਮ ਦੇਣ ਲਈ ਕੀ ਚੀਜ਼ ਚਾਹੁੰਦਾ ਹੈ ਕਿ ਸਾਰੇ ਪਾਸੇ ਹਨੇਰਾ ਹੋ ਜਾਵੇ, ਨਗਰ ਦੀ ਲਾਈਟ ਚਲੀ ਜਾਵੇ, ਤਾਂ ਕਿ ਹਨੇਰੇ 'ਚ ਮੈਂ ਆਪਣੀ ਚੋਰੀ ਨੂੰ ਅੰਜਾਮ ਦੇ ਸਕਾਂ। ਹੋਰ ਵੀ ਕੋਈ ਮੰਦ ਕਰਮ ਕਰਨਾ ਬੰਦਾ ਹਨੇਰਾ ਚਾਹੁੰਦਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਜੀਵਨ ਦੇ ਵਿੱਚ ਅਗਿਆਨ ਆ ਜਾਂਦਾ ਹੈ ਉਦੋਂ ਉਹੀ ਹਸਤੀ ਜਿਹਨੇ ਇਹਦੇ ਜੀਵਨ ਨੂੰ ਚੁਰਾ ਕੇ ਲੈ ਜਾਣਾ ਉਹਦੇ ਤੋਂ ਹੀ ਅਚੇਤ ਹੋ ਜਾਂਦਾ ਹੈ, ਸਮਝਦਾ ਹੈ ਕਿ ਮੈਨੂੰ ਕੋਈ ਨਹੀਂ ਦੇਖ ਰਿਹਾ। ਕੁਦਰਤੀ ਬੰਦਾ 5 ਰੁਪਏ ਕਿਸੇ ਦੇ ਡਿੱਗੇ ਹੋਏ ਚੁੱਕ ਲਵੇ ਨਾ, ਪਤਾ ਵੀ ਹੈ ਕਿ ਸਾਹਮਣੇ 1 ਸੈਕਿੰਡ ਪਹਿਲਾਂ ਦੇਖਿਆ ਹੁੰਦਾ ਕਿ ਨਾ ਮੇਰੇ ਕੋਈ ਅੱਗੇ ਅਤੇ ਨਾ ਮੇਰੇ ਕੋਈ ਪਿੱਛੇ ਹੈ। ਉਹ ਚੁੱਕਦੇ ਸਾਰ ਹੀ ਫਿਰ ਅੱਗੇ ਦੇਖੂਗਾ ਅਤੇ ਪਿੱਛੇ ਦੇਖੂਗਾ, ਸੱਜੇ ਖੱਬੇ ਦੇਖੂਗਾ, ਕਿਤੇ ਨੇ ਦੇਖ ਤਾਂ ਨਹੀਂ ਲਿਆ। ਹੁਣ ਜਿਹੜਾ ਇਹ ਸੱਜੇ ਖੱਬੇ ਦੇਖਣਾ, ਇਹ ਗੱਲ ਕਿੱਥੋਂ ਆਈ ਇਹਦੇ ਅੰਦਰ, ਜਦ ਕਿ 1-2 ਸੈਕਿੰਡ ਪਹਿਲਾਂ ਹੀ ਦੇਖਿਆ ਕਿ ਉੱਥੇ ਕੋਈ ਬੰਦਾ ਹੈ ਹੀ ਨਹੀਂ ਸੀ। ਪਰ ਚੋਰੀ ਤੋਂ ਬਾਅਦ ਤੁਰੰਤ ਅੱਗੇ ਪਿੱਛੇ ਦੇਖਣ ਦਾ ਮਤਲਬ ਕੀ ਹੈ ਕਿ ਇਹਦੇ ਅੰਦਰ ਜਿਹੜਾ ਮਾਲਕ ਨੇ ਭੈ ਦਾ ਵਿਧਾਨ ਪਾਇਆ ਹੋਇਆ ਹੈ, ਉਹਨੇ ਇਹਨੂੰ ਇਹਦੇ ਸਰੀਰ ਦੀ ਹਰਕਤ ਦੁਆਰਾ ਸੁਚੇਤ ਕੀਤਾ ਹੈ ਕਿ ਤੈਨੂੰ ਜੇ ਝੌਲਾ ਪਿਆ ਕੋਈ ਆਲੇ ਦੁਆਲੇ ਹੈ ਅਤੇ ਉਹ ਝੌਲਾ ਜੇ ਮਤਲਬ ਬਾਹਰ ਕੋਈ ਨਹੀਂ ਹੈ ਤਾਂ ਉਹ ਤੇਰੇ ਅੰਦਰ ਦੀ ਪਵਿੱਤਰਤਾ ਦੇ ਵਿੱਚੋਂ ਆਇਆ ਹੋਇਆ ਖਿਆਲ ਹੈ ਕਿ ਤੂੰ ਇਸ ਮੰਦੇ ਕਰਮ ਦੀ ਤਰਫ ਨਾ ਜਾ। ਤਾਂ ਤੈਨੂੰ ਉਹ ਘਬਰਾਹਟ ਜੀ, ਉਹ ਡਰ ਪੈਦਾ ਹੋਇਆ ਹੈ। ਮਾਲਕ ਨੇ ਤੇਰੇ ਅੰਦਰ ਇਸ ਤਰ੍ਹਾਂ ਦਾ ਵਿਧਾਨ ਬਣਾਇਆ ਹੈ
ਕਿ ਪਹਿਲੀ ਦਫਾ ਮੰਦ ਕਰਮ ਕਰ ਲੱਗਿਆ ਤੈਨੂੰ ਇੱਕ ਡਰ ਪੈਦਾ ਹੋਇਆ ਹੈ, ਜੇ ਇਸ ਡਰ ਦੀ ਸੀਮਾ ਨੂੰ ਰੱਦ ਕਰ ਦਿੱਤਾ, ਉਹ ਲੰਘ ਗਿਆ ਤਾਂ ਕੁਦਰਤੀ ਹੈ ਫਿਰ ਜਿਹੜਾ ਮਾਇਆ ਦਾ ਇੱਕ ਵੱਡਾ ਦਲਦਲ ਵਾਲਾ ਸੰਸਾਰ ਹੈ, ਜਿਹਦੇ ਵਿੱਚ ਬੰਦਾ ਮੰਦੇ ਕਰਮਾਂ ਦੀ ਫਿਕਰ ਹੀ ਨਹੀਂ ਕਰਦਾ, ਫਿਰ ਉਹਦੇ 'ਚ ਗਰਕ ਹੋਣਾ ਸ਼ੁਰੂ ਹੋ ਜਾਂਦਾ। ਅਤੇ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਜਾਏ ਅਤੇ ਨਾ ਹਾਂ, ਫਿਰ ਜਿਹੜੀ ਵੀ ਮਾਕੂਲ ਸਜ਼ਾ ਉਹਦੇ ਲਈ ਲੱਗਦੀ ਹੈ, ਉਹਦੇ ਲਈ ਕੁਦਰਤੀ ਜਿਹੜਾ ਜੀਵਨ ਦੇ ਵਿੱਚ ਚੱਲਦਾ ਹੈ। ਇਸ ਕਰਕੇ ਕੱਲ੍ਹ ਵੀ ਇਸ ਬਾਤ ਦੀ ਚਰਚਾ ਹੋਈ ਸੀ ਕਿ ਧਰਤੀ 'ਤੇ ਜਿਹੜਾ ਦੇਖੋ ਅਸੀਂ ਕੋਈ ਘਰ ਦੇ ਵਿੱਚ ਇੱਕ ਸਬਜ਼ੀ ਉਗਾਉਣੀ ਹੋਵੇ ਨਾ, ਕਿੰਨਾ ਬਲ ਲੱਗਦਾ ਹੈ। ਜ਼ਮੀਨ ਵਾਹੋ, ਬੀਜ ਸਿੰਚੋ, ਸਿੰਚਾਈ ਕਰੋ, ਫਿਰ ਸਾਂਭ ਸੰਭਾਲ ਕਰੋ। ਅਤੇ ਉਹ ਘਰਾਂ ਦਾ ਭਾਵੇਂ ਦੋ ਕੀ ਕੋਈ ਨਿੱਕੇ ਮੋਟੇ ਬਤਾਊਂ ਜੇ ਹੁਣ ਉਹਦੀ ਵੀ ਬੜੀ ਸਿਫਤ ਕਰਨਗੇ ਜੀ, ਆਹ ਦੇਖੋ ਜੀ ਸਾਡੇ ਘਰ ਦੇ ਨੇ, ਫਰੈਸ਼ ਨੇ, ਤਾਜ਼ੇ ਨੇ, ਔਰਗੈਨਿਕ ਨੇ। ਕੁਦਰਤ ਨੇ ਜਿਹੜਾ ਐਡਾ ਕੀਮਤੀ ਜੀਵਨ ਬਣਾਇਆ, ਉਹਦਾ ਕਿੰਨਾ ਤਾਣ ਲੱਗਿਆ ਹੋਏਗਾ, ਕਦੇ ਇਸ ਗੱਲ ਦੀ ਵਿਚਾਰ ਕਰਨ। ਆ ਦੇਖੀ ਤਾਂ ਅੱਜ ਕੱਲ੍ਹ ਲੋਕ ਬੜੇ ਹੋ ਰਹੇ ਨੇ ਜੀ, ਔਰਗੈਨਿਕ ਦਾ ਬੜਾ ਇੱਕ ਚੱਲਿਆ ਹੋਇਆ ਵਾਵਰੋਲਾ ਜਿਹਾ, ਉਹ ਦੋ ਨਿੱਕੇ ਜਿਹੇ ਫਲ ਜਿਹੇ ਪੈਦਾ ਹੋ ਜਾਣਗੇ ਘਰ 'ਚ, ਸਾਰੇ ਮੁਹੱਲੇ 'ਚ ਚਰਚਾ ਕਰਦੇ ਨੇ। ਤੁਹਾਡੇ ਦੋ ਫਲਾਂ ਦੀ ਤੁਹਾਨੂੰ ਇੰਨੀ ਕੀਮਤ ਹੈ ਕਿ ਤੁਸੀਂ ਉਹ ਕਿਸੇ ਨੂੰ ਪਰੋਸਣਾ ਜਾਂ ਉਹਦਾ ਇੰਨੀ ਥਾਂ ਜ਼ਿਕਰ ਕਰਦੇ ਹੋ। ਜਿਹੜਾ ਐਡਾ ਵੱਡਾ ਜੀਵਨ ਰਚਿਆ ਹੋਇਆ ਹੈ, ਇਹਦੀ ਕੀਮਤ ਦਾ ਤਸੱਵਰ ਕਦੀ ਜੀਵਨ 'ਚ ਬਣਾਇਆ ਕਿ ਨਹੀਂ ਬਣਾਇਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਮੰਦੇ ਅਮਲ ਕਰੇਂਦਿਆਂ, ਕਿ ਮਾਲਕ ਨੇ ਇੰਨਾ ਜ਼ਿਆਦਾ ਤਾਣ ਲਾ ਕੇ ਇੱਕ ਬੰਦਾ ਬਣਾਇਆ, ਉਹਨੂੰ ਸਾਰਾ ਕੁਝ ਦਿੱਤਾ ਵੀ। ਹੁਣ ਕੁਦਰਤੀ ਹੈ, ਜੇ ਤਾਂ ਸਾਨੂੰ ਬੁੱਧ ਨਾ ਦਿੱਤੀ ਹੋਵੇ ਫਿਰ ਤਾਂ ਕਹੀਏ ਜੀ ਠੀਕ ਹੈ, ਮਾਲਕ ਨੇ ਜੀਵਨ ਤਾਂ ਬਣਾ ਦਿੱਤਾ, ਸਾਨੂੰ ਅਕਲ ਨਹੀਂ ਦਿੱਤੀ। ਅਕਲ ਦੇ ਕਿੰਨੇ ਪੈਮਾਨੇ ਪਏ ਨੇ। ਕੁਦਰਤੀ ਜਿਹੜੇ ਮਾਤਾ ਪਿਤਾ ਘਰੇ ਪੈਦਾ ਹੁੰਦੇ, ਉਹ ਸਾਨੂੰ ਦੱਸਦੇ ਨੇ ਕਿਆ ਕੁਝ ਕਰਨਾ ਨਹੀਂ ਕਰਨਾ। ਸਕੂਲ 'ਚ ਪੜ੍ਹਦੇ ਆ, ਉਹ ਵੀ ਦੱਸਦੇ ਨੇ। ਜਿਸ ਧਰਮ 'ਚ ਪੈਦਾ ਹੁੰਦੇ, ਉਸ ਧਰਮ ਦੀ ਸਿੱਖਿਆ ਵੀ ਮਿਲਦੀ ਹੈ। ਕਿੰਨਿਆਂ ਥਾਵਾਂ ਤੋਂ ਸਾਨੂੰ ਜਾਂ ਕੁਦਰਤ ਦੇ ਵਿੱਚ ਗਿਆਨ ਮਿਲਦਾ ਹੈ ਕਿ ਚੋਰ ਪਕੜਿਆ ਜਾਂਦਾ ਹੈ ਅਤੇ ਉਹਨੂੰ ਸਜ਼ਾ ਮਿਲਦੀ ਹੈ। ਹਰ ਪੱਖ 'ਤੇ ਤਾਂ ਸਾਡੀ ਬੁੱਧੀ ਨੂੰ ਠੀਕ ਢੰਗ ਨਾਲ ਚੱਲਣ ਦੇ ਲਈ ਗਿਆਨ ਮੌਜੂਦ ਹੈ। ਤਾਂ ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮੰਦੇ ਅਮਲ ਕਰੇਂਦਿਆਂ ਦਾ ਜਿਹੜਾ ਭਾਵ ਹੈ, ਉਹਨੂੰ ਬੰਦਾ ਕਿਉਂ ਕਰਦਾ ਹੈ। ਕਿੰਨਿਆਂ ਨੇ ਦੇਖਿਆ ਕਿ ਜੀਵਨ ਦੇ ਵਿੱਚ ਜਿਹੜੇ ਬੰਦੇ ਅਪਰਾਧ ਕਰਦੇ ਨੇ, ਉਹ ਕਾਰਾਗਾਰ ਵਿੱਚ ਪਾ ਦਿੱਤੇ ਜਾਂਦੇ ਨੇ, ਜੇਲ੍ਹ ਵਿੱਚ। ਇੰਨਾ ਕੁਝ ਦੇਖਦਿਆਂ ਹੋਇਆਂ ਵੀ, ਜਾਂ ਜਿਨ੍ਹਾਂ ਨੇ ਪਾਪ ਕਰਮ ਦੀ ਬੜੀ ਰਾਸ ਇਕੱਠੀ ਕੀਤੀ, ਉਹਨਾਂ ਦਾ ਅੰਤਮ ਸਮਾਂ ਬੜਾ ਭੈਦਾਇਕ ਤਰਾਸਦਿਕ ਰਿਹਾ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਜਾਏ ਤਿਨਾਹਾਂ, ਅਸਲ ਦੇ ਵਿੱਚ ਇਹ ਫਿਰ ਸਾਰੀਆਂ ਸਜ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਮਿਲਦੀਆਂ ਨੇ, ਕਿਉਂਕਿ ਇਸਲਾਮ ਨੇ ਨਾ ਇੱਕ ਮੌਤ ਦਾ ਥਾਟ ਬਣਾਇਆ ਹੋਇਆ, ਜਿਵੇਂ ਉਹਨਾਂ ਨੇ ਦੱਸਿਆ ਹੋਇਆ। ਹੁਣ ਇਹ ਇਸ ਗੱਲ ਦੇ ਅਨੁਭਵ ਦੇ ਵਿੱਚ ਅੱਜ ਦੀ ਮਾਡਰਨਟੀ ਮਾਈਂਡ ਇਸ ਗੱਲ ਨੂੰ ਮੰਨਦਾ ਨਹੀਂ, ਪਰ ਇਸਲਾਮ ਵਾਲੇ ਇਸ ਗੱਲ ਦੇ ਪੂਰੇ ਵਿਸ਼ਵਾਸੀ ਨੇ ਕਿ ਜਿਹੜਾ ਸਰੀਰ ਹੈ, ਹੁਣ ਕੁਦਰਤੀ ਕਈ ਕਹਿੰਦੇ ਨਾ, ਆਪ ਜੀ ਨੇ ਕਦੇ ਸਰਲ ਭਾਵ ਦੇ ਵਿੱਚ ਸੁਣਿਆ ਹੋਣਾ ਕਿ ਅੱਗੇ ਜਾ ਕੇ ਮਾਰ ਪੈਂਦੀ ਹੈ, ਉੱਥੇ ਜਲਾਇਆ ਜਾਂਦਾ। ਫਿਰ ਕਈ ਕਹਿਣਗੇ ਜੀ ਕਿ ਸਰੀਰ ਤਾਂ ਇੱਥੇ ਸੜ ਜਾਂਦਾ, ਅੱਗੇ ਕੀ ਜਾਂਦਾ ਹੈ? ਅੱਗੇ ਜਾਂਦਾ ਬੰਦੇ ਦੇ ਸੂਖਸ਼ਮ ਸਰੀਰ ਦਾ ਨਕਸ਼। ਹੁਣ ਕੁਦਰਤੀ ਹੈ, ਅਸੀਂ ਕਿਸੇ ਦਫਾ ਪਾਪ ਕੀਤਾ ਹੋਵੇ, ਹੁਣ ਇਸ ਗੱਲ ਨੂੰ ਥੋੜ੍ਹਾ ਸਰਲ ਢੰਗ ਦੇ ਨਾਲ ਰੱਖਦੇ ਹਾਂ ਕਿ ਅਸੀਂ ਕਿਤੇ ਚੋਰੀ ਕਰ ਲਈ ਹੈ। ਹੁਣ ਚੋਰੀ ਕਰਦਿਆਂ ਸਾਨੂੰ ਕਿਸੇ ਨੇ ਦੇਖ ਲਿਆ, ਪਾਪ ਕਰਦਿਆਂ ਦੇਖ ਲਿਆ, ਸਾਨੂੰ ਵੀ ਪਤਾ ਲੱਗ ਗਿਆ ਕਿ ਉਹਨੇ ਦੇਖ ਲਿਆ। ਹੁਣ ਉਹ ਬੰਦਾ ਜਦੋਂ ਸਾਡੇ ਅੱਗੋਂ ਗੁਜ਼ਰਦਾ, ਸਾਨੂੰ ਡਰ ਆਉਂਦਾ ਕਿ ਨਹੀਂ ਆਉਂਦਾ? ਉਹ ਸਾਨੂੰ ਕੋਈ ਡੰਡਾ ਨਹੀਂ ਮਾਰਦਾ, ਕੋਈ ਚਪੇੜ ਨਹੀਂ ਮਾਰਦਾ, ਬਸ ਉਹ ਜਦੋਂ ਅੱਖਾਂ ਸਾਹਮਣੇ ਗੁਜ਼ਰ ਜਾਂਦਾ, ਸਾਨੂੰ ਡਰ ਲੱਗਣ ਲੱਗ ਪੈਂਦਾ। ਹੁਣ ਉਹਨੇ ਕੋਈ ਸਾਨੂੰ ਚੋਟ ਨਹੀਂ ਪਹੁੰਚਾਈ, ਡਰ ਕਿਸ ਗੱਲ ਦਾ ਆ ਰਿਹਾ ਹੈ? ਡਰ ਇਸ ਗੱਲ ਦਾ ਆ ਰਿਹਾ ਕਿ ਸਾਡੇ ਅੰਦਰ ਦੀ ਜਿਹੜੀ ਪਾਪ ਵਾਲੀ ਪ੍ਰਵਿਰਤੀ ਸੀ, ਉਹ ਇਹਦੇ ਗਿਆਨ ਹੇਠ, ਇਹਦੀ ਸਮਝ ਹੇਠ, ਇਹਦੀ ਯਾਦਾਸ਼ਤ ਦੇ ਵਿੱਚ ਕੈਪਚਰ ਹੋ ਚੁੱਕੀ ਹੈ ਅਤੇ ਅਸੀਂ ਉਹਦੇ 'ਚੋਂ ਨਹੀਂ ਕੱਢ ਸਕਾਂਗੇ। ਅਸੀਂ ਜਿਹੜਾ ਇਸ ਸ੍ਰਿਸ਼ਟੀ ਵਿੱਚ ਜੀਵਨ ਜੀਵਿਆ ਹੈ, ਧਰਤੀ ਦੇ ਜਿਹੜੇ ਹਿੱਸੇ ਵਿੱਚ ਪਾਪ ਕੀਤਾ ਹੈ, ਜਦੋਂ ਸਾਡੇ ਸਰੀਰ ਤਾਂ ਮਿਟ ਗਿਆ, ਲੋਕਾਂ ਦੀ ਯਾਦਾਸ਼ਤ ਵਿੱਚੋਂ ਵੀ ਮਿਟ ਗਏ ਕਿ ਕੋਈ ਬੰਦਾ ਆਇਆ ਸੀ, ਉਹਨੇ ਇੰਨੇ ਮੰਦੇ ਕਰਮ ਕੀਤੇ ਸੀ, ਪਰ ਧਰਤੀ ਦਾ ਉਹ ਹਿੱਸਾ ਬੋਲੇਗਾ ਅਕਾਲ ਪੁਰਖ ਦੇ ਸਾਹਮਣੇ ਕਿ ਮਾਲਕ ਤੇਰਾ ਭੇਜਿਆ ਜੀਵ ਇੱਥੇ ਬੈਠ ਕੇ ਉਹਨੇ ਆਹ ਮੰਦਾ ਕਰਮ ਕੀਤਾ, ਇਸ ਕਰਕੇ ਮੇਰੇ ਇਸ ਹਿੱਸੇ ਨੂੰ ਇਹਨੇ ਅਪਵਿੱਤਰ ਕੀਤਾ, ਸਾਫ਼ ਕਰਾ। ਫਿਰ ਕੁਦਰਤ ਉੱਥੇ ਲਿਜਾ ਕੇ ਹੀ ਉਹਦੇ ਕੋਲੋਂ ਕਰਮ ਕਰਾਉਂਦੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਇਹ ਸਜਾਏ ਤਨਾਹਾਂ, ਇਹ ਠੀਕ ਹੈ ਜੇ ਬੜੇ ਗਹਿਰੇ ਅਨੁਭਵ ਨੇ, ਅਤੇ ਇਹ ਇਹਨਾਂ ਗੱਲਾਂ ਦੇ ਨਾਲ ਸਮਝ ਵੀ ਨਹੀਂ ਆਉਣਾ ਜਿੰਨਾ ਚਿਰ ਇਹਨਾਂ ਨੂੰ ਕੁਦਰਤੀ ਇਸ ਤਰ੍ਹਾਂ ਦੀ ਇੱਕ ਵਾਰੀ ਕਿਤੇ ਚੱਲੀ ਸੀ ਖਿਆਲ। ਤਾਂ ਮੇਰੇ ਕਿਸੇ ਬਹੁਤ ਸੁਹਿਰਦ ਸੱਜਣ ਨੇ ਕਿਹਾ ਸੀ ਕਿ ਇਹ ਫਿਰ ਕਿਵੇਂ ਸਮਝ ਆਉਣਗੀਆਂ। ਮੈਂ ਕਿਹਾ ਕੁਦਰਤੀ ਹੈ। ਆ ਜਦੋਂ ਕੰਪੀਟੀਟਿਵ ਐਗਜ਼ਾਮ ਚੱਲਦੇ ਨਾ, ਜਿਹੜੇ IAS IPS ਦੇ, ਜਿਨ੍ਹਾਂ ਨੇ ਕੀਤੇ ਉਹਨਾਂ ਨੂੰ ਪਤਾ ਹੋਏਗਾ।
ਲਾਸਟ 7 ਦਿਨ ਦੀ ਵਰਕਸ਼ਾਪ ਲੱਗਦੀ ਹੈ। ਕੀਮਤ ਕਿੰਨੀ ਹੁੰਦੀ ਹੈ? 7 ਦਿਨ ਲਗਾਤਾਰ ਪੜ੍ਹਾਉਣਾ, ਕੀਮਤ ਹੈ 2-2.5 ਲੱਖ ਰੁਪਈਆ। ਟਿਊਸ਼ਨਾਂ ਦੀ ਕੀਮਤ ਸਾਨੂੰ ਇੰਨਾ ਕੀ ਪਤਾ ਨਾ ਕਿ 5-7 ਹਜ਼ਾਰ ਹੁੰਦੀ ਹੈ ਮਹੀਨੇ ਦੀ, ਜਾਂ 20,000 ਹੁੰਦੀ ਹੈ। ਵੱਡੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਨੀ ਹੋਵੇ ਤਾਂ 7 ਦਿਨ ਦੀ ਪੜ੍ਹਾਈ ਦਾ 1.5-2 ਲੱਖ ਰੁਪਈਆ ਲੱਗਦਾ ਦਿੱਲੀ ਵਰਗੇ ਸ਼ਹਿਰਾਂ 'ਚ। ਜਿਹੜੇ ਇਹ ਧਰਮ ਦੇ ਗਹਿਰੇ ਅਨੁਭਵਾਂ ਨੇ 45 ਮਿੰਟ ਨਾਲ ਸਮਝ ਆਉਣ ਵਾਲੇ ਨਹੀਂ। ਇਹਨਾਂ ਦੇ ਲਈ ਪੂਰਾ ਜੀਵਨ ਦੇਣਾ ਪੈਂਦਾ ਹੈ। ਹੁਣ ਕਿੰਨਾ ਬਰੀਕ ਥਾਟ ਹੈ ਕਿ ਉਸ ਕਰਕੇ ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ, ਫਰੀਦਾ ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨ ਗਏ। ਧਰਤੀ ਦਾ ਉਹ ਹਿੱਸਾ, ਅਸੀਂ ਤਾਂ ਵਿੱਚੋਂ ਮਿਟ ਗਏ, ਇੱਥੇ ਪੈਦਾ ਹੋਏ ਮਰ ਗਏ, ਖਤਮ ਹੋ ਗਿਆ ਸਾਡਾ ਸਿਲਸਿਲਾ, ਪਰ ਸਾਡਾ ਇਸ ਧਰਤੀ 'ਤੇ ਕੀਤਾ ਹੋਇਆ ਕਰਮ ਆਕਾਸ਼ ਦੇ ਸਾਹਮਣੇ ਬਿਲਕੁਲ ਉਂਝ ਹੈ। ਇਸ ਕਰਕੇ ਧਰਤੀ ਦਾ ਉਹ ਹਿੱਸਾ ਪੁਕਾਰ ਕਰਕੇ ਕਹੇਗਾ ਕਿ ਮਾਲਕ ਤੇਰੀ ਰਚਨਾ ਦੇ ਭੇਜੇ ਹੋਏ ਇਸ ਬੰਦੇ ਨੇ ਤੇਰੀ ਹੀ ਇਸ ਧਰਤੀ ਦੇ ਉੱਪਰ ਇਹ ਕਰਮ ਕੀਤਾ। ਇਸ ਕਰਕੇ ਆਉਂਦਾ ਨਾ ਬਾਣੀ ਦੇ ਵਿੱਚ, ਧੌਲ ਧਰਮ ਦਇਆ ਕਾ ਪੂਤ, ਕਿ ਜਾਂ ਬਾਣੀ ਦੇ ਵਿੱਚ ਵਾਕ ਆਉਂਦਾ ਹੈ ਕਿ ਇਹ ਧਰਤੀ ਪੁਕਾਰ ਕਰਦੀ, ਇਸ ਤਰ੍ਹਾਂ ਦੇ ਵਾਕ ਆਉਂਦੇ ਨੇ ਬਾਣੀ 'ਚ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਜਾਏ ਤਿਨਾਹਾਂ, ਫਿਰ ਮਾਲਕ ਉਸ ਹਿੱਸੇ ਦੇ ਵਿੱਚ ਪਾ ਦਿੰਦਾ ਉਹਨੂੰ, ਅਤੇ ਫਿਰ ਉਹ ਆਪਣੀ ਸਾਰੇ ਤਾਣ ਦਾ ਮੁੜ ਪ੍ਰਯੋਜਨ ਉੱਥੇ ਲੈ ਹੀ ਆਉਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਜਾਏ ਤਿਨਾਹਾਂ, ਇਸ ਕਰਕੇ ਕਿ ਜਿਵੇਂ ਜਿਵੇਂ ਦਾ, ਇਸ ਕਰਕੇ ਇਸ ਜੀਵਨ ਨੂੰ ਇੰਨਾ ਹਲਕਾ ਨਹੀਂ ਜਿਉਣਾ ਚਾਹੀਦਾ, ਜਾਂ ਕੋਈ ਨਾ ਜੀ ਚੱਲਦਾ ਹੈ। ਕਈ ਵਾਰੀ ਮੈਂ ਦੇਖਿਆ ਪੰਜਾਬੀ ਸਮਾਜ, ਉਹਦੇ ਵਿੱਚ ਸਿੱਖ ਵੀ ਆ ਜਾਂਦੇ ਨੇ, ਇੰਨਾ ਜ਼ਿਆਦਾ ਅਣਸੀਰੀਅਸ ਹੋ ਗਿਆ ਹੈ, ਇੰਨੀ ਅਣਗੰਭੀਰਤਾ ਹੋ ਗਈ ਹੈ, ਬੇਸੰਜੀਦਗੀ ਹੋ ਗਈ ਹੈ ਕਿ ਕਿਸੇ ਵੀ ਪੱਖ ਦੀ ਗਹਿਰਾਈ ਦੀ ਗੱਲ ਕਰ ਲਓ ਨਾ, ਕਾਹਲੇ ਪੈਣ ਲੱਗ ਪੈਂਦੇ ਨੇ, ਉਹਦੇ ਤੋਂ ਦੂਰੀ ਬਣਾਉਣ ਲੱਗ ਪੈਂਦੇ ਨੇ। ਜਿਵੇਂ ਹੁਣ ਕਥਾ ਦਾ ਇੱਕ ਨੈਰੇਟਿਵ ਬਣਨਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ, ਕਿ ਜਿਹੜੀ ਆ ਡੈਪਥ ਕਿਸਮ ਦੀ, ਸੀਰੀਅਸਨੈਸ ਕਿਸਮ ਦੀ ਕਥਾ ਹੈ, ਇਹ ਬੰਦੇ ਦੀ ਜ਼ਿੰਦਗੀ 'ਚ ਬਹੁਤੀ ਪ੍ਰਯੋਗ ਨਹੀਂ ਹੈ। ਕੁਝ ਥੋੜ੍ਹਾ ਜਿਹਾ ਸਟਾਇਰ ਚਾਹੀਦਾ ਹੈ, ਥੋੜ੍ਹੀ ਜੋਇਨੈਸ ਚਾਹੀਦੀ ਹੈ, ਥੋੜ੍ਹੀ ਹਲਕੀ ਫੁਲਕੀ ਬਾਤ ਚਾਹੀਦੀ ਹੈ। ਇਹ ਤਾਂ ਫਿਰ ਹਰ ਜਗ੍ਹਾ ਹੀ ਮਿਲ ਜਾਏਗੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਇਹ ਸਜਾਏ ਤਿਨਾਹਾਂ। ਇਸ ਕਰਕੇ ਸੂਫੀਆਂ ਨੇ ਇਹ ਗੱਲ ਬੜੀ ਬਣਾਈ ਹੈ ਕਿ ਜੀਵਨ ਦੇ ਵਿੱਚ ਬੰਦੇ ਨੂੰ ਬੜਾ ਸਤਰਕ ਰਹਿਣਾ ਚਾਹੀਦਾ। ਉਹ ਸੂਫੀਆਂ ਦੇ ਵਿੱਚ ਇੱਕ ਜ਼ਿਕਰ ਮਿਲਦੀ ਹੈ ਨਾ ਕਿ ਕਬਰ ਬੋਲਦੀ ਹੈ, ਉਹਨਾਂ 'ਚ ਇੱਕ ਖਿਆਲ ਮਿਲਦਾ ਹੈ। ਆਪ ਜੀ ਨੇ ਸ਼ਾਇਦ ਕਦੇ ਸੁਣਿਆ ਹੋਵੇ ਕਿ ਕਹਿੰਦੇ ਕਬਰ ਬੋਲਦੀ ਹੈ। ਕਬਰ ਬੋਲਣ ਦਾ ਮਤਲਬ ਕੀ ਹੈ ਕਿ ਕਹਿੰਦੇ ਜਿਸ ਹਿੱਸੇ ਵਿੱਚ ਕੁਦਰਤ ਨੇ ਉਹਨੂੰ ਨਿਸ਼ਚਿਤ ਕਰ ਦਿੱਤਾ ਹੈ, ਉਹਦਾ ਜੀਵਨ ਜਿੰਨੇ ਦਾਇਰੇ ਵਿੱਚ ਵਿਚਰਿਆ ਹੈ, ਉਹ ਧਰਤੀ ਦੇ ਸਾਰੇ ਕਣ ਗਵਾਹੀ ਦਿੰਦੇ ਨੇ ਕਿ ਇਸ ਬੰਦੇ ਨੇ ਜੀ ਆਹ ਮੰਦਾ ਕਰਮ ਕਰਕੇ ਸਾਨੂੰ ਅਪਵਿੱਤਰ ਕੀਤਾ। ਹੁਣ ਜਿਵੇਂ ਧਰਤੀ 'ਤੇ ਜੂਆਖਾਨਾ ਹੁੰਦਾ, ਧਰਤੀ 'ਤੇ ਵੇਸਵਾਖਾਨਾ ਹੁੰਦਾ, ਕਿੰਨੇ ਥਾਂ ਹੁੰਦੇ ਨੇ ਜਿਹੜੇ ਧਰਤੀ 'ਤੇ ਮੰਦੇ ਕਰਮ ਕਰਨ ਵਾਲੇ ਹਨ, ਅਤੇ ਉਹ ਇਕੱਲਾ ਆਪਣੇ ਆਪ ਥੋੜ੍ਹਾ ਬਣ ਗਿਆ। ਹੁਣ ਕੋਈ ਬੰਦਾ ਬਿਲਡਿੰਗ ਖੜੀ ਕਰਕੇ ਉਹਦੇ ਜੂਆਖਾਨਾ ਲਿਖ ਦੇ, ਉਹ ਜੂਆਖਾਨਾ ਥੋੜ੍ਹਾ ਹੋ ਜਾਏਗਾ। ਉਹ ਤਾਂ ਉਦੋਂ ਹੋਏਗਾ ਜਦੋਂ ਉੱਥੇ ਜੂਆ ਖੇਡਣ ਵਾਲੇ ਜਾਣਗੇ। ਇੱਕ ਵੱਡਾ ਕੁਦਰਤੀ ਹੈ, ਕੋਈ ਸ਼ਰਾਬ ਦਾ ਵੱਡਾ ਕੇਂਦਰ ਟਿਕਾਣਾ ਬਣਾ ਦਿਓ, ਉਹਦੇ ਉੱਪਰ ਟਾਈਟਲ ਲਗਾ ਦਿਓ, ਬਾਹਰ ਅੰਦਰ ਵੀ ਰੱਖ ਦਿਓ ਸਮਾਨ ਕਿੰਨਾ ਹਰਾ ਸ਼ਰਾਬ ਵਾਲਾ, ਉਹ ਥੋੜ੍ਹਾ ਬਣ ਜਾਏਗਾ। ਉਹ ਤਾਂ ਉਦੋਂ ਬਣੇਗਾ ਜਦੋਂ ਉਹਦਾ ਪ੍ਰਯੋਗ ਸ਼ੁਰੂ ਹੋਏਗਾ। ਇਸ ਕਰਕੇ ਮੰਦਾ ਕਰਮ ਧਰਤੀ ਨੂੰ ਅਪਵਿੱਤਰ ਕਰਦਾ ਹੈ, ਅਤੇ ਮਾਲਕ ਕਦੇ ਵੀ ਇਜਾਜ਼ਤ ਨਹੀਂ ਦਿੰਦਾ ਕਿ ਉਹਦੀ ਰਚਨਾ ਨੂੰ ਬੰਦਾ ਅਪਵਿੱਤਰ ਕਰ ਸਕੇ। ਜਿਹੜਾ ਅਪਵਿੱਤਰ ਕਰਦਾ ਹੈ ਫਿਰ ਉਹਨੂੰ ਸਜ਼ਾ ਨੇਮ ਦੇ ਵਿੱਚ ਮਾਲਕ ਪਾ ਲੈਂਦਾ ਅਤੇ ਉਹ ਪੂਰਾ ਕਰਵਾ ਲੈਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਜਾਏ ਤਿਨਾਹਾਂ। ਹੁਣ ਕੱਲ੍ਹ ਪਰਸੋਂ ਇੱਕ ਜ਼ਿਕਰ ਆਇਆ ਸੀ ਸ਼ਲੋਕ ਦੇ ਵਿੱਚ, ਇਹ ਨਿਰਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕਿਆ ਹਾਲ। ਹੁਣ ਵੇਖੋ ਬਾਬਾ ਫਰੀਦ ਸਾਹਿਬ ਜੀ ਕਹਿ ਰਹੇ ਹਮ ਦੋਸ਼ਾਂ ਦਾ ਕਿਆ ਹਾਲ। ਹੁਣ ਬਾਬਾ ਫਰੀਦ ਸਾਹਿਬ ਜੀ ਦੀ ਸ਼ਖਸੀਅਤ ਇੰਨੀ ਉੱਚੀ ਹੈ ਕਿ ਅਸੀਂ ਚਾਹ ਕੇ ਵੀ ਇਹ ਨਹੀਂ ਸੋਚ ਸਕਦੇ ਕਿ ਬਾਬਾ ਫਰੀਦ ਸਾਹਿਬ ਜੀ ਨੇ ਜੀਵਨ ਦੇ ਵਿੱਚ ਕੋਈ ਪਾਪਮਈ ਖਿਆਲ ਵੀ ਉਹਨਾਂ ਦੇ ਅੰਦਰ ਆਇਆ ਹੋਏਗਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਬਚਪਨ ਤੋਂ ਹੀ ਬੰਦਗੀ ਦਾ ਰੰਗ ਉਹਨਾਂ ਨੂੰ ਚੜ੍ਹ ਚੁੱਕਿਆ ਸੀ। ਪਰ ਫਿਰ ਵੀ ਉਹਨਾਂ ਕਿਹਾ ਹਮ ਦੋਸ਼ਾਂ ਦਾ ਕਿਆ ਹਾਲ। ਉਹ ਕਾਹਦੇ ਲਈ ਕਿਹਾ? ਉਹ ਸਾਡੇ 'ਤੇ ਉਹਨਾਂ ਨੇ ਇੱਕ ਕਿਰਪਾ ਕੀਤੀ ਹੈ ਕਿ ਉਹਨਾਂ ਦਾ ਆਪਣਾ ਜੀਵਨ ਬੜਾ ਪਵਿੱਤਰ ਹੈ, ਦੂਜਿਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ, ਪਰ ਆਪਣੇ ਪਵਿੱਤਰ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਇੱਕ ਗੁੰਜਾਇਸ਼ ਦੇ ਵਿੱਚ ਲੈ ਆਏ ਹਨ ਕਿ ਸਾਡੇ ਕੋਲੋਂ ਵੀ ਪਾਪ ਸੰਭਵ ਹੈ। ਇਸ ਕਰਕੇ ਉਹ ਕਹਿ ਰਹੇ ਹਮ ਦੋਸ਼ਾਂ ਦਾ ਕਿਆ ਹਾਲ। ਬਾਣੀ ਦੇ ਵਿੱਚ ਨਾ ਇੱਕ ਵਾਕ ਆਉਂਦਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਕਿ ਜੇਤੀ ਘੜੀ ਫਾਹੀ ਤੇਤੀ, ਕਿ ਜਿੰਨੀਆਂ ਜੀਵਨ ਦੀਆਂ ਘੜੀਆਂ ਨੇ ਉਂਝ ਘੜੀ ਲੱਗਦਾ ਹੈ ਸਵੇ। ਬੰਦੇ ਕਹਿਣਗੇ ਨਾ, ਕਈ ਵਾਰੀ ਮੈਨੂੰ ਹੈਰਾਨਗੀ ਆਉਂਦੀ ਹੈ, ਮਤਲਬ ਬੰਦਿਆਂ ਦੇ ਕੀ ਕਵੇ ਬੰਦਾ, ਉਹਨਾਂ ਨੂੰ ਕਹਿਣਗੇ ਪਿਛਲੇ ਸਾਲ ਦਾ ਤਾਂ ਪਤਾ ਹੀ ਨਹੀਂ ਲੱਗਿਆ ਕਿਵੇਂ ਬੀਤ ਗਿਆ।
ਹੈਰਾਨਗੀ ਦੀ ਗੱਲ ਹੈ, 365 ਦਿਨਾਂ ਦਾ ਇੱਕ ਵਰ੍ਹਾ ਹੈ। ਇੱਕ ਦਿਨ ਦੇ ਵਿੱਚ 24 ਘੰਟੇ ਨੇ, ਅੱਗੇ ਮਿੰਟ ਸਕਿੰਟ ਪਤਾ ਨਹੀਂ ਕਿੰਨੇ ਨੇ, ਕਹਿੰਦੇ ਪਤਾ ਹੀ ਨਹੀਂ ਲੱਗਿਆ। ਹੁਣ ਜਿਹੜਾ ਬੰਦਾ 1 ਸਾਲ ਦੀ ਗਿਣਤੀ ਨੂੰ ਇੰਜ ਕਰ ਰਿਹਾ, ਫਿਰ ਇਹਦੀ ਕੀ ਗਰੰਟੀ ਹੈ ਕਿ ਕੋਈ ਕਰਮ ਕਰਨ ਲੱਗਿਆ ਪੂਰਾ ਸਤਰਕ ਹੁੰਦਾ ਹੋਏਗਾ? ਇਹਦੀ ਕੀ ਗਰੰਟੀ ਹੈ ਕਿ ਜਦੋਂ 45 ਮਿੰਟ ਸਤਸੰਗ 'ਚ ਬਹਿੰਦਾ ਹੋਵੇਗਾ ਅਤੇ ਇਹਦਾ 45 ਮਿੰਟ ਬੁੱਧੀ ਜਾਗੀ ਰਹਿੰਦੀ ਹੋਏਗੀ? ਇਹਨੂੰ ਤਾਂ ਸਿਰਫ ਉਦੋਂ ਕੁ ਖਿਆਲ ਆਉਂਦਾ ਹੋਣਾ ਜਦੋਂ ਸਮਾਪਤੀ ਦੀਆਂ ਸੁਰਾਂ ਬਣਨ ਲੱਗ ਪੈਂਦੀਆਂ ਹੋਣਗੀ। ਜਿਹੜੇ 1 ਸਾਲ ਦੀ ਗਿਣਤੀ ਨੂੰ 1 ਸਕਿੰਟ 'ਚ ਕਰਦੇ ਨੇ, ਅਤੇ ਉਹਨਾਂ ਦੇ ਇੱਕ ਕਰਮ ਦੀ ਗਿਣਤੀ ਨੂੰ ਜਾਂ ਉਹ ਪੂਰੇ ਜੀਵਨ ਦੀ ਗਿਣਤੀ ਨੂੰ ਕਿਵੇਂ ਕਰਨਗੇ? ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ, ਇਹ ਸਜਾਏ ਤਿਨਾਹਾ, ਅਤੇ ਇਹ ਸਾਰੀਆਂ ਸਜਾਵਾਂ ਉਹਨਾਂ ਦੇ ਮਾਕੂਲ ਹਨ। ਮਤਲਬ ਠੀਕ ਕਰਮਸ਼ੀਲਤਾ ਦ੍ਰਿੜ ਕਰਾਉਣ ਦੇ ਲਈ ਬੰਦੇ ਨੂੰ, ਹੁਣ ਕੁਦਰਤੀ ਹੈ ਜਿਹੜੇ ਆ ਜੇਲ੍ਹਾਂ ਆਦਿਕ ਬਣੀਆਂ ਨੇ ਜਾਂ ਟਾਰਚਰ ਸੈਂਟਰ ਬਣੇ ਨੇ, ਇਹ ਕਿੰਨਾ ਲਈ ਨੇ? ਜਿਹੜੇ ਅਪਰਾਧ ਕਰਨਗੇ। ਜਿੰਨੇ ਅਪਰਾਧ ਕਰਨਾ ਨਹੀਂ ਉਹਦੇ ਲਈ ਭਾਵੇਂ ਉਹਦੇ ਗੁਆਂਢ 'ਚ ਜੇਲ੍ਹ ਬਣਾ ਦਿਓ, ਉਹਨੂੰ ਕੀ ਮਤਲਬ ਹੈ? ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਜਾਏ ਤਿਨਾਹਾ, ਇਸ ਕਰਕੇ ਜੀਵਨ ਦੇ ਵਿੱਚ ਕੁਝ ਅਸੀਂ ਲੈ ਜਾਵਾਂਗੇ। ਹੁਣ ਕੁਦਰਤੀ ਹੈ, ਆ ਸਮਾਂ ਪਾ ਕੇ ਅਸੀਂ ਇੱਥੋਂ ਚਲੇ ਜਾਵਾਂਗੇ, ਹੋ ਸਕਦਾ ਦੁਨੀਆ ਤੋਂ ਵੀ ਚਲੇ ਜਾਈਏ, ਜਾਣਾ ਪਏਗਾ, ਪਰ ਲੋਕਾਂ ਦੀ ਯਾਦਦਾਸ਼ਤ 'ਚ ਬਚੇ ਰਹਾਂਗੇ। ਕੁਝ ਚੰਗੇ ਮੰਦੇ ਹਾਓ ਕਰਕੇ, ਗਿਆਨੀ ਪੰਡਤ ਮੂਰਖ ਜੋ ਵੀ ਕਹਿ ਲਓ, ਉਹ ਬਣੇ ਰਹਾਂਗੇ। ਇੰਝ ਹੀ ਚਲੇ ਗਏ ਆ, ਇੱਥੇ ਸਾਡੀ ਨਕਸ਼ ਵੀ ਨਹੀਂ ਪਿਆ, ਇੱਥੇ ਸਾਡੀ ਸਪੇਸ ਵੀ ਨਹੀਂ, ਐਗਜ਼ਿਸਟੈਂਸ ਵੀ ਨਹੀਂ ਹੈ, ਪਰ ਅਜੇ ਲੋਕਾਂ ਦੇ ਜ਼ਿਕਰ ਵਿੱਚ ਮੌਜੂਦ ਹਾਂ। ਇਹ ਸਾਡੀ ਸਾਰਿਆਂ ਦੀ ਮਿੱਥਿਆ ਹੈ। ਇੰਝ ਹੀ ਜਦੋਂ ਸਰੀਰ ਚੱਲ ਜਾਏਗਾ, ਸਰੀਰ ਰਾਖ ਹੋ ਗਿਆ, ਕੁਦਰਤੀ ਰਾਖ ਵਾਲੀ ਚੀਜ਼ ਰਾਖ ਹੀ ਹੋਏਗੀ, ਪਰ ਉਸ ਤੋਂ ਅੱਗੇ ਇੱਕ ਪ੍ਰੋਸੈਸ ਚੱਲ ਪੈਂਦਾ। ਜਿਵੇਂ ਇਹਨੂੰ ਕਹਿ ਲਓ, ਸਰਲ ਸਮਝਣਾ ਹੋਵੇ, ਇੱਕ ਲੱਕੜ ਜਲਦੀ ਹੈ, ਤਵਾ ਜਲਦਾ ਹੈ ਅਤੇ ਅਨਾਜ ਜਲਦਾ ਹੈ ਅਤੇ ਭੋਜਨ ਪੱਕ ਜਾਂਦਾ। ਲੱਕੜ ਵੀ ਸੜ ਕੇ ਰਾਖ ਹੋ ਗਈ, ਤਵਾ ਵੀ 5-7 ਸਾਲ ਸੜ ਕੇ ਆਖਰ ਉਹਨੂੰ ਸੁੱਟਣ 'ਤੇ ਆ ਗਿਆ, ਉਹਦੀ ਕੋਈ ਹਾਲਤ ਬਚੀ ਨਾ। ਭੋਜਨ ਵੀ ਖਾ ਲਿਆ ਗਿਆ, ਭੋਜਨ ਖਾ ਕੇ ਜਿਹੜਾ ਹੈ ਸਰੀਰ ਦੀ ਊਰਜਾ ਬਣ ਗਈ, ਊਰਜਾ ਵੀ ਖਪਤ ਹੋ ਗਈ ਕਿਸੇ ਕੰਮ 'ਤੇ। ਉਹ ਊਰਜਾ 'ਚ ਕਿੱਥੋਂ ਤੱਕ ਆ ਗਈ ਹੈ ਕਿ ਜਿੰਨੇ ਆ ਨਿਰਮਾਣ ਨੇ, ਇਹਦੇ ਵਿੱਚ ਮੇਨ ਊਰਜਾ ਨਾ ਲੱਗੇ ਨਾ ਕਿਸੇ, ਭਾਵੇਂ ਮਜ਼ਦੂਰਾਂ ਬਣਾਇਆ ਭਾਵੇਂ ਮਸ਼ੀਨ ਨੇ ਬਣਾਇਆ। ਜੇ ਮਸ਼ੀਨ ਬਣੀ ਹੈ ਤਾਂ ਉਹ ਮਨੁੱਖੀ ਦਿਮਾਗ ਦੀ ਊਰਜਾ 'ਚੋਂ ਆਈ ਹੈ, ਜੇ ਹੱਥਾਂ ਨਾਲ ਬਣਿਆ ਤਾਂ ਮਜ਼ਦੂਰਾਂ ਦੀ ਊਰਜਾ 'ਚੋਂ ਆਈ ਹੈ। ਅਤੇ ਇਹ ਊਰਜਾ ਦੇ ਪਹਿਲੇ ਜਿੰਨੇ ਰੂਪ ਸਨ ਸਾਰੇ ਨਾਸ਼ ਹੋ ਗਏ, ਪਰ ਇਹਨਾਂ ਨੇ ਇੱਕ ਚੀਜ਼ ਤਾਂ ਖੜੀ ਕਰ ਦਿੱਤੀ ਨਾ। ਇੰਝ ਠੀਕ ਹੈ, ਸਾਡੇ ਸਾਰੇ ਜੀਵਨ ਦੇ ਬਲ ਨਾਸ਼ ਹੋ ਜਾਣਗੇ, ਪਰ ਜਿਹੜਾ ਸਾਡਾ ਅੰਦਰਲਾ ਸੂਖਸ਼ਮ ਜੀਵਨ ਹੈ ਉਹ ਨਾਸ਼ ਨਹੀਂ ਹੋਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਇਹ ਸਜਾਏ ਤਿਨਾਹਾ। ਤਾਂ ਕਰਕੇ ਇੱਕ ਸੁੰਦਰ ਪ੍ਰਮਾਣ ਦੇ ਦਿਆਂ ਕਿ ਕੋਈ ਜਿਵੇਂ ਬੰਦਾ ਮਰ ਗਿਆ, ਬਹੁਤ ਕਮਾਲ ਦਾ ਬੰਦਾ ਮਰ ਗਿਆ, ਅਤੇ ਪੇਸ਼ੇਵਰ ਰੋਣ ਵਾਲੇ ਲਿਆਂਦੇ, ਜਿਨ੍ਹਾਂ ਨੂੰ ਰਜਾੜੀ ਕਹਿੰਦੇ ਨੇ। ਜਿਵੇਂ ਮਤਲਬ ਹੁਣ ਤਾਂ ਚਲੋ ਸ਼ਾਇਦ ਆਪ ਜੀ ਨੂੰ ਖਿਆਲ ਹੋਵੇ ਕਿ ਰੋਣ ਵਾਲੇ ਜਿਹੜੇ ਪੈਸੇ ਲੈ ਕੇ ਰੋਂਦੇ ਨੇ ਮਰਨ ਸਮੇਂ, ਕਿ ਦੂਜਿਆਂ ਨੂੰ ਵੀ ਵੇਖ ਕੇ ਰੋਣਾ ਆ ਜਾਏ, ਉਹਨਾਂ ਨੂੰ ਸੱਦਿਆ ਗਿਆ। ਉਹਨਾਂ ਆ ਕੇ ਹੁਣ ਕੁਦਰਤੀ ਉਹਨਾਂ ਨੇ ਰੋਣ ਤੋਂ ਪਹਿਲਾਂ ਪੁੱਛਣਾ ਕਿ ਕੀ ਕੰਮ ਕਰਦਾ ਰਿਹਾ। ਉਹ ਕਹਿਣ ਲੱਗੇ ਵਿਦਵਾਨ ਸੀ। ਕਹਿਣ ਲੱਗਾ ਜੀ ਨਹੀਂ। ਕਹਿੰਦਾ ਸੀ ਪਾਕ ਸਾਫ ਸੀ ਜਾਂ ਬੁਰਾ ਸੀ? ਕਹਿੰਦੇ ਜੀ ਪਤਾ ਨਹੀਂ। ਕਹਿਣ ਲੱਗੇ ਕੋਈ ਬਹੁਤ ਵੱਡਾ ਭੂਮੀਪਤੀ ਸੀ ਜਾਂ ਕੁਝ ਹੋਰ ਸੀ? ਕਹਿੰਦੇ ਕੁਝ ਵੀ ਨਹੀਂ। ਜਦੋਂ ਬੜੇ ਉਹਨੇ ਸਵਾਲ ਪੁੱਛੇ, ਅੱਗੋਂ ਨਾ 'ਚ ਜਵਾਬ ਮਿਲਿਆ। ਉਸ ਰੋਣ ਵਾਲਾ ਜਿਹੜਾ ਪੈਸੇ ਲੈ ਕੇ ਰੋਂਦੇ ਸਨ, ਪੇਸ਼ੇਵਰ ਮਾਤਮ ਕਰਨ ਵਾਲੇ, ਉਹ ਕਹਿਣ ਲੱਗਾ, ਉਹਨੇ ਅੱਲਾਹ ਤਾਲਾ ਅੱਗੇ ਅਰਦਾਸ ਕੀਤੀ। ਕਹਿਣ ਲੱਗਾ ਬੜਾ ਚੰਗਾ ਹੈ, ਕੋਈ ਐਸਾ ਬੰਦਾ ਜਿਹਦੇ ਜੀਵਨ ਦਾ ਕੋਈ ਬਾਕੀ ਜ਼ਿਕਰ ਨਹੀਂ ਬਚਿਆ। ਕਿੰਨਾ ਉੱਚਾ ਸੁੱਚਾ ਜੀਵਨ ਜੀਵਿਆ ਹੋਏਗਾ ਕਿ ਕਿਸੇ ਦੀ ਨਕਸ਼ ਵਿੱਚ ਨਾ ਵਿਦਵਾਨ, ਨਾ ਪਾਕ ਸਾਫ, ਨਾ ਭੂਮੀਪਤੀ, ਨਾ ਮਾਇਆਧਾਰੀ, ਨਾ ਪਾਪੀ, ਨਾ ਗਿਆਨੀ। ਸਾਰੇ ਜ਼ਿੰਦਗੀ ਦੇ ਭਾਵ ਉਹਨੇ ਆਪਣੇ ਜੀਵਨ ਤੋਂ ਪਹਿਲਾਂ ਸਮਾਪਤ ਕਰ ਲਏ ਹਨ। ਉਹ ਪੇਸ਼ੇਵਰ ਰੋਣ ਵਾਲਾ ਕਹਿਣ ਲੱਗਾ ਕਿ ਇਹ ਸਫਲ ਗਿਆ ਅੱਲਾਹ ਤਾਲਾ, ਕਿਸੇ ਇਸ ਤਰ੍ਹਾਂ ਦੇ ਹੋਰ ਇਨਸਾਨ ਦਾ ਵੀ ਸਾਨੂੰ ਮਿਲਾਪ ਹੋਵੇ ਕਿ ਕਿਸੇ ਦੇ ਗੁਨਾਹ ਕਰਕੇ ਰੋਣਾ ਪਏਗਾ। ਬਾਣੀ ਚਾਹੁੰਦਾ ਮਾਇਆ ਕਾਰਨ ਰੋਏ ਵੇ ਗੂਚੇ, ਤ੍ਰਿਗ ਜੀਵਨ ਸੰਸਾਰਾ ਹੈ। ਚਾਹੇ ਉਹ ਮੋਹ ਕਰਕੇ ਹੋਵੇ, ਚਾਹੇ ਕਿਸੇ ਹੋਰ ਪੱਖ ਕਰਕੇ। ਤੇ ਭਗਤ ਕਬੀਰ ਸਾਹਿਬ ਜੀ ਨੇ ਕਹਿਤ ਕਬੀਰਾ, ਜੋ ਹਰ ਧਿਆਵੈ ਜੀਵਤ ਬੰਧਨ ਤੋਰੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਸਜਾਏ ਤਿਨਾਹ। ਇਸ ਪ੍ਰਕਾਰ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਨ ਸਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਏ। ਯਤਨ ਕਰਿਆ ਕਰੋ, ਕਿਉਂਕਿ ਬੜੇ ਅਭਿਆਸਾਂ ਦੀਆਂ ਬੜੀਆਂ ਵਿਧੀਆਂ ਹੁੰਦੀਆਂ ਨੇ, ਸਾਰੀਆਂ ਨਹੀਂ ਅਰਜ ਕੁਦਰਤੀ ਹੈ। ਲੜੀਵਾਰ ਵਿਆਖਿਆ ਚੱਲ ਰਹੀ ਹੈ ਤਾਂ ਮੇਰੀ ਜਾਚੇ 20 ਤੋਂ 25 ਮਿੰਟ ਸਮਾਂ ਲੱਗਦਾ ਬੜੀ ਮੁਸ਼ਕਿਲ ਦੇ ਨਾਲ। ਜੇ ਬਾਬਾ ਫਰੀਦ ਸਾਹਿਬ ਜੀ ਦੇ ਸਾਰੇ ਸਲੋਕਾਂ ਦਾ ਪਾਠ ਰੋਜ਼ਾਨਾ ਕਰਨਾ ਹੋਵੇ 20 ਮਿੰਟ ਲੱਗਦਾ ਹੈ।
ਜਦ ਕਿ ਅਖਬਾਰ ਦੇ ਉੱਪਰ ਬੰਦੇ 3 ਘੰਟੇ ਵੀ ਲਾ ਦਿੰਦੇ ਨੇ, ਟੀਵੀ ਦੇ ਉੱਪਰ ਵੀ ਘੰਟਾ ਲਾ ਦਿੰਦੇ ਨੇ, ਮੋਬਾਈਲ ਦੇ ਉੱਪਰ ਵੀ 4 ਘੰਟੇ ਲਾ ਦਿੰਦੇ ਨੇ। ਵਿਅਰਥ ਕਿਸਮ ਦੀਆਂ ਮਹਿਫਲਾਂ ਦੇ ਵਿੱਚ ਵੀ ਸਵੇਰ ਤੋਂ ਸ਼ਾਮ ਬਤੀਤ ਹੋ ਜਾਂਦੀ ਹੈ। ਖਾਣ ਪੀਣ ਦੇ ਵਿੱਚ ਇੱਕ ਚਾਹ ਦੇ ਕੱਪ 'ਤੇ ਵੀ 10 ਮਿੰਟ ਲਗਾ ਦਿੰਦੇ ਆ। ਇੱਕ ਐਡੀ ਵੱਡੀ ਸ਼ਖਸੀਅਤ ਦੇ ਬੋਲਾਂ ਨਾਲ ਜੁੜਨ ਦੇ ਲਈ ਜੇ 20 ਕੁ ਮਿੰਟ ਦਾ ਸਮਾਂ ਸਾਨੂੰ ਕੱਢਣਾ ਪਵੇ ਤਾਂ ਕੋਈ ਬਹੁਤਾ ਨਹੀਂ ਹੈ। ਯਤਨ ਕਰਨਾ ਚਾਹੀਦਾ, ਪਾਠ ਦੇ ਨਾਲ, ਵਿਚਾਰ ਦੇ ਨਾਲ, ਗਾਇਨ ਦੇ ਨਾਲ, ਹਰ ਇੱਕ ਪੱਖ ਦੇ ਨਾਲ ਜੁੜੋ ਤਾਂ ਕਿ ਉਸ ਵੱਡੀ ਸ਼ਖਸੀਅਤ ਦੀ ਜਿਹੜੀ ਬੰਦਗੀ ਹੈ, ਉਹਦਾ ਗਿਆਨ ਹੈ, ਉਹ ਸਾਡੇ ਜੀਵਨ 'ਚ ਸਮਾ ਸਕੇ ਅਤੇ ਸਾਡਾ ਸਾਰਿਆਂ ਦਾ ਕਲਿਆਣ ਹੋ ਸਕੇ। ਭੁੱਲਾਂ ਖਿਮਾ ਦੀ ਜਾਚਨਾ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ